हौकियां विच चली गई ते अज ये वचन पूरा हो रहा है। हालेलुया हालेलुया। आज ये वचन की हो रहा है भाई? पूरा हो रहा है। सारी सृष्टि, कोई एक देश नहीं, सारे देश मिलके, सारा संसार मिलके एक सृष्टि बनती है। तो सारी सृष्टि अज हौकियां विच चली गई। अज असी नबी दे संदेश विचों इस सृष्टि दे हौकियां दे बारे विच भी कई हवालियां नूं असी देखांगे। मैं चाहता हाँ कि संदेश साढ़े नालों कुछ ज़्यादा बोले। मैं चाहता हाँ कि मोहरां विचली दरार, मोहरां दी पुस्तक मोहरां विचली दरार पैरा नंबर 84 पढ़िए। असी सीधे ही संदेश विच चलते हैं। मोहरां विचली दरार। हुण ये गल्लां साडे दिलां विच होके भरदियां हन। हुण नबी कहंदे ਇਹ ਗੱਲਾਂ ਸਾਡੇ ਦਿਲਾਂ ਦੇ ਵਿੱਚ ਹੌਕੇ ਭਰਦੀਆਂ ਹਨ। ਕੀ ਤੁਸੀਂ ਕਦੇ ਕਿਸੇ ਰੁੱਖ ਵੱਲ ਧਿਆਨ ਦਿੱਤਾ? ਕੀ ਨਬੀ ਕਹਿੰਦੇ ਤੁਸੀਂ ਕਦੇ ਕਿਸੇ ਰੁੱਖ ਵੱਲ ਧਿਆਨ ਦਿੱਤਾ ਆ ਕਿ ਉਹ ਕਿਸ ਤਰ੍ਹਾਂ ਜੀਵਨ ਲਈ ਸੰਘਰਸ਼ ਕਰਦਾ ਹੈ? ਕਿਦਾਂ ਇੱਕ ਰੁੱਖ ਜੀਵਨ ਜੀਣ ਦੇ ਵਾਸਤੇ ਸੰਘਰਸ਼ ਕਰਦਾ ਹੈ। ਅਤੇ ਤੁਸੀਂ ਇੱਕ ਜਾਨਵਰ ਵੱਲ ਧਿਆਨ ਦਿੱਤਾ? ਕੀ ਤੁਸੀਂ ਇੱਕ ਜਾਨਵਰ ਵੱਲ ਧਿਆਨ ਦਿੱਤਾ ਹੈ? ਕਿਵੇਂ ਮੌਤ ਵਿੱਚੋਂ ਸੰਘਰਸ਼ ਕਰਦਾ ਹੈ? ਕਿਵੇਂ ਉਹ ਮੌਤ ਤੋਂ ਬਚਣ ਲਈ ਜਾਂ ਮੌਤ ਵਿੱਚ ਸੰਘਰਸ਼ ਕਰਦਾ ਹੈ। ਤੁਸੀਂ ਮਨੁੱਖ ਜਾਤੀ ਵੱਲ ਧਿਆਨ ਦਿਓ। ਕੀ ਤੁਸੀਂ ਮਨੁੱਖ ਜਾਤੀ ਵੱਲ ਧਿਆਨ ਦਿੱਤਾ ਹੈ? ਨਬੀ ਕਹਿੰਦੇ ਮਨੁੱਖ ਜਾਤੀ ਵੱਲ ਧਿਆਨ ਦਿਓ। ਹਰੇਕ ਚੀਜ਼ ਸ੍ਰਿਸ਼ਟੀ ਹੋ ਕੇ ਭਰ ਰਹੀ ਹੈ। ਹਰੇਕ ਚੀਜ਼ ਸ੍ਰਿਸ਼ਟੀ ਹੋ ਕੇ ਭਰ ਰਹੀ ਹੈ। ਆਮੀਨ। ਪੜ੍ਹੀਏ। ਅਸੀਂ ਆਪਣੇ ਆਪ ਵਿੱਚ ਹੋ ਕੇ ਭਰ ਰਹੇ ਹਾਂ। ਨਬੀ ਵੀ ਕਹਿੰਦੇ ਅਸੀਂ ਵੀ ਆਪਣੇ ਆਪ ਦੇ ਵਿੱਚ ਕੀ ਭਰ ਰਹੇ ਹਾਂ ਭਾਈ? ਹੋ ਕੇ ਭਰ ਰਹੇ ਹਾਂ। ਹੋ ਕੇ ਭਰ ਰਹੇ ਹਾਂ। ਪੜ੍ਹੀਏ। ਅਸੀਂ ਜਾਣਦੇ ਹਾਂ ਕਿ ਕਿਤੇ ਨਾ ਕਿਤੇ ਕੋਈ ਖਰਾਬੀ ਹੈ। ਕਿਤੇ ਨਾ ਕਿਤੇ ਕੋਈ ਖਰਾਬੀ ਹੈ। किते ना किते कोई खराबी है। हाँ जी, समझ आ रही है? किते ना किते कुछ खराबी है जिस करके ये सिस्टम इदां दा चल रहा है। संसार होके भर रहा है। कोई तो कारण है इन्हां होकियां दा। कोई बीमार है ते बीमारी विचों छुटकारा चाहता है। ਉਹ ਕਿੱਦਾਂ ਬਿਮਾਰੀ ਚੋਂ ਬਾਹਰ ਨਿਕਲ ਆਏ ਹੋ ਕੇ ਭਰ ਰਿਹਾ ਹੈ। ਉਹ ਦੇਖ ਰਿਹਾ ਕਿ ਮੈਂ ਕਿਸ ਤਰੀਕੇ ਦੇ ਨਾਲ ਬਚ ਸਕਾਂ। ਆਦਮੀ ਮਰਨਾ ਨਹੀਂ ਚਾਹੁੰਦਾ ਹੈ ਕਿਉਂਕਿ ਖੁਦਾ ਨੇ ਆਦਮੀ ਨੂੰ ਮਰਨ ਲਈ ਬਣਾਇਆ ਹੀ ਨਹੀਂ। ਔਰ ਬਚਣ ਵਾਸਤੇ, ਜੀਵਨ ਜੀਣ ਵਾਸਤੇ ਕਿਵੇਂ ਉਹ ਸੰਘਰਸ਼ ਕਰਦਾ ਹੈ। ਜੇ ਹੁਣ ਦਵਾਈ ਦੀ ਜ਼ਰੂਰਤ ਪੈਂਦੀ ਹੈ ਉਹ ਦਵਾਈ ਵੱਲ ਨੱਠਦਾ ਹੈ ਤਾਂ ਕਿ ਮੈਂ ਮੌਤ ਤੋਂ ਬਚ ਜਾਵਾਂ। जे दुनियावी किसी खुराक की जरूरत है वो दुनियावी खुराक वाल नठदा है ताकि मैं किदा ना किदा बच सका। और जीवन जीन दे लई एक संघर्ष है। रोटी कमान दे लई एक संघर्ष है। अज पूरी दुनिया एक संघर्ष विच चली गई। पूरी सृष्टि अज हौकियां दे विच है। असीं अज उस समय दे विच हां। ਅਸੀਂ ਅੱਜ ਉਸ ਸਮੇਂ ਦੇ ਵਿੱਚ ਹਾਂ ਜਿੱਥੇ ਕਿ ਇਹ ਵਚਨ ਪੂਰਾ ਹੋ ਰਿਹਾ ਹੈ। ਹਾਲੇਲੂਇਆ ਹਾਲੇਲੂਇਆ। 2000 ਸਾਲ ਤੋਂ ਪਹਿਲਾਂ ਤਕਰੀਬਨ ਇਹ ਵਚਨ ਬੋਲੇ ਗਏ, ਭਵਿੱਖਬਾਣੀ ਕੀਤੀ ਗਈ। ਜੇ ਇਹ ਪੂਰਾ ਹੋਇਆ ਹੈ ਤੇ ਫਿਰ ਇੱਕ ਗੱਲ ਹੋਰ ਲਿਖੀ ਹੈ ਕਿ ਹੋ ਕੇ ਕਿਉਂ ਭਰ ਰਹੀ ਹੈ ਸ੍ਰਿਸ਼ਟੀ। ਇਹ ਸ੍ਰਿਸ਼ਟੀ खुदा दे पुत्रां दे प्रगट होने नूं उडीक रही है। ते प्यारिओ, जे संसार होके अज चला गया है, जे सृष्टि होके भर रही है, ते फिर खुदा दे पुत्र भी किते अज धरती उत्ते प्रगट होने वाले हैं। हाँ जी, पढ़िए।
ਅਸੀਂ ਇਹਨਾਂ ਆਇਤਾਂ ਤੋਂ ਵੇਖਦੇ ਹਾਂ ਅਸੀਂ ਇਹਨਾਂ ਆਇਤਾਂ ਤੋਂ ਵੇਖਦੇ ਹਾਂ, ਨਬੀ ਕਹਿੰਦੇ ਕਿ ਧਰਤੀ ਅਤੇ ਮਨੁੱਖ ਦੋਹਾਂ ਦਾ ਹੀ ਕੁਝ ਗਵਾਚ ਗਿਆ ਹੈ। ਧਰਤੀ ਅਤੇ ਮਨੁੱਖ ਇਹਨਾਂ ਦੋਨਾਂ ਦਾ ਹੀ ਕੁਝ ਗਵਾਚ ਗਿਆ ਆ। ਹਾਲੇਲੂਇਆ, ਹਾਲੇਲੂਇਆ। ਧਰਤੀ ਅਤੇ ਮਨੁੱਖ ਇਹਨਾਂ ਦੋਨਾਂ ਦਾ ਹੀ ਕੁਝ ਆਦਮੀ ਕਦੋਂ ਵਿਆਕੁਲ ਹੁੰਦਾ ਆ, ਆਦਮੀ ਕਦੋਂ ਐਬਸੈਂਟ ਹੋ ਜਾਂਦਾ ਆ, ਕਦੋਂ ਇਹ ਹੌਕਿਆਂ 'ਚ ਚਲਾ ਜਾਂਦਾ ਆ, ਜਦੋਂ ਉਹਦਾ ਕੁਝ ਗਵਾਚ ਗਿਆ ਹੋਵੇ। ਅੱਜ ਸੰਸਾਰ ਕਿਸੇ ਨਾ ਕਿਸੇ ਚੀਜ਼ ਨੂੰ ਲੱਭ ਰਿਹਾ ਹੈ। ਕਿਹੜੀ ਚੀਜ਼ ਨੂੰ? ਜਿਹੜੀ ਗਵਾਚ ਗਈ ਹੋਵੇ। ਅੱਜ ਰਾਜੇ ਸਹੀ ਨਹੀਂ ਹੁੰਦੇ। ਆ ਇੱਕ ਟੈਲੀਵਿਜ਼ਨ ਦੇ ਉੱਤੇ ਕੀ ਖਬਰ ਦੇ ਉੱਤੇ ਬੋਲ ਰਿਹਾ ਸੀ ਆਦਮੀ ਕਿ ਇਦਾਂ ਦਾ ਪ੍ਰਧਾਨ ਮੰਤਰੀ ਫੇਰ ਕਦੇ ਨਾ ਆਵੇ। ਲੋਕਾਂ ਨੂੰ ਰਾਜੇ ਪਸੰਦ ਨਹੀਂ ਹੈ। ਜੇ ਬਾਦਲ ਆ ਜਾਂਦਾ ਰਾਜ ਕਰਨ ਦੇ ਲਈ, ਕਹਿੰਦੇ ਇਹ ਵੀ ਸਹੀ ਨਹੀਂ ਹੈ। ਜੇ ਕੈਪਟਨ ਨੇ ਆ ਜਾਂਦਾ ਤੇ ਕਹਿੰਦੇ ਇਹ ਵੀ ਸਹੀ ਨਹੀਂ ਹੈ। ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਆ ਜਾਂਦਾ ਹੈ, ਕਹਿੰਦੇ ਇਹ ਸਹੀ ਨਹੀਂ ਹੈ। ਰਾਜਿਆਂ ਤੋਂ ਲੋਕ ਸੰਤੁਸ਼ਟ ਨਹੀਂ ਹਨ। ਇਹਨਾਂ ਰਾਜ ਕਰਨ ਵਾਲਿਆਂ ਦੇ ਉੱਤੇ ਲੋਕ ਸੰਤੁਸ਼ਟ ਨਹੀਂ ਹਨ। ਕਿਉਂ? ਕਿਉਂਕਿ ਜਦੋਂ ਪਹਿਲਾ ਰਾਜਾ ਖੁਦਾ ਨੇ ਦਿੱਤਾ ਸੀ, ਜਿਹੜਾ ਪੂਰੀ ਧਰਤੀ ਉੱਤੇ ਰਾਜ ਕਰੇ, ਉਹ ਸੀ ਆਦਮ। ਹਾਲੇਲੂਇਆ, ਹਾਲੇਲੂਇਆ, ਆਮੀਨ, ਆਮੀਨ। ਉਹ ਅਸਲੀ ਰਾਜਾ ਸੀ। ਉਹਨੇ ਆਪਣੇ ਰਾਜ ਨੂੰ ਆਪਣੇ ਹੱਥੋਂ ਖੋ ਲਿਆ। ਰਾਜ ਗਵਾਚ ਗਿਆ। ਉਹ ਰਾਜ ਸ਼ੈਤਾਨ ਦੇ ਹੱਥਾਂ ਵਿੱਚ ਚਲਾ ਗਿਆ। ਪਿਆਰਿਓ, ਇਸੇ ਲਈ ਨਬੀ ਨੇ ਵੀ ਦੱਸਿਆ ਕਿਉਂ ਲੋਕ ਸੰਤੁਸ਼ਟ ਨਹੀਂ ਹਨ, ਕਿਉਂਕਿ ਧਰਤੀ ਦੇ ਕੋਈ ਈਮਾਨਦਾਰ ਰਾਜਾ ਹੈ ਨਹੀਂ। ਕੋਈ ਈਮਾਨਦਾਰ ਰਾਜਾ ਹੈ ਨਹੀਂ। ਤਾਂ ਜਾ ਕੇ ਮੈਂ ਗੱਲ ਕਰਿਆ ਕਰਦਾ, ਕਿਸੇ ਸਮੇਂ ਲੋਕ ਇਸ ਪ੍ਰਾਰਥਨਾ ਨੂੰ ਕਰਨਗੇ, ਹੇ ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰਾ ਰਾਜ ਆਵੇ। ਕਿਉਂ ਉਸ ਰਾਜ ਨੂੰ ਪਾਲਣਗੇ? ਕਿਉਂਕਿ ਰਾਜ ਸਹੀ ਨਹੀਂ, ਇਹ ਰਾਜੇ ਸਹੀ ਨਹੀਂ। ਕੋਈ ਵੀ ਇਸ ਰਾਜ ਨੂੰ ਚਲਾਉਣ ਵਾਲਾ ਕੋਈ ਈਮਾਨਦਾਰ ਨਹੀਂ ਹੈ। ਨਗਰ ਨੂੰ ਚਲਾਉਣ ਵਾਲਾ ਕੋਈ ਪੰਚ ਸਰਪੰਚ ਈਮਾਨਦਾਰ ਨਹੀਂ ਹੈ। ਹਰ ਇੱਕ ਜਨ ਹੋ ਕੇ ਬਣਦਾ। ਸੰਸਾਰ ਹੋ ਕੇ ਅੱਜ ਚਲਾ ਗਿਆ। ਅੱਛਾ, ਕੀ ਗੱਲ ਕੀਤੀ ਪਈ? ਧਰਤੀ ਹੌਕਿਆਂ 'ਚ ਚਲੀ ਗਈ, ਮਨੁੱਖ ਜਾਤੀ ਹੌਕਿਆਂ 'ਚ ਚਲੀ ਗਈ। ਜਿਵੇਂ ਕੁਛ ਪੜ੍ਹ ਦਈਏ ਇੱਕ ਵਾਰ ਫਿਰ। ਅਸੀਂ ਜਾਣਦੇ ਹਾਂ ਕਿ ਕਿਤੇ ਕੋਈ ਖਰਾਬੀ ਹੈ, ਕਿਤੇ ਨਾ ਕਿਤੇ ਕੋਈ ਖਰਾਬੀ ਹੈ। ਅਸੀਂ ਇਹਨਾਂ ਆਇਤਾਂ ਤੋਂ ਵੇਖਦੇ ਹਾਂ ਧਰਤੀ ਅਤੇ ਮਨੁੱਖ ਦੋਹਾਂ ਦਾ ਹੀ ਕੁਝ ਗਵਾਚ ਗਿਆ ਹੈ। ਧਰਤੀ ਅਤੇ ਮਨੁੱਖ ਇਹਨਾਂ ਦੋਨਾਂ ਦਾ ਹੀ ਕੁਝ ਗਵਾਚ ਗਿਆ। ਉਹਨੂੰ ਲੱਭਣ ਦੇ ਵਾਸਤੇ ਕਿੱਥੇ ਚਲੇ ਗਏ? ਹੌਕਿਆਂ ਵਿੱਚ। ਕੀ ਗਵਾਚ ਗਿਆ? ਅਨੰਤ ਜੀਵਨ। ਆਮੀਨ। ਗਵਾਚਿਆ ਹੋਇਆ ਸਿੱਕਾ ਯਾਦ ਹੈ ਭਾਈ ਪਰਚਾ? ਆਮੀਨ। ਗਵਾਚਿਆ ਹੋਇਆ ਸਿੱਕਾ ਗਵਾਚ ਗਿਆ, ਵਿਆਕੁਲ ਹੋ ਗਈ ਔਰਤ। ਮੈਨੂੰ ਕਿਵੇਂ ਨਾ ਕਿਵੇਂ ਉਹ ਸਿੱਕਾ ਲੱਭ ਜਾਏ। ਉਹ ਲੱਭਦੇ ਆ ਉਸ ਵਕਤ ਗਵਾਚੇ ਹੋਏ ਸਿੱਕੇ ਨੂੰ। ਕਿੰਨੇ ਸਿੱਕੇ ਹੁੰਦੇ ਸੀਗੇ ਭਈ? 10। ਹਾਂਜੀ, 10। ਕਿੰਨੇ ਗਵਾਚ ਗਏ? 1। 9 ਪਏ ਹੋਏ ਨੇ। ਇੱਕ ਸਿੱਕਾ ਗਵਾਚ ਗਿਆ। ਹੋਕੇ ਪਾ ਰਹੀ ਹੈ, ਮੇਰਾ ਪਤੀ ਆਉਣ ਵਾਲਾ ਹੈ, ਮੇਰੇ ਪਤੀ ਦੇ ਆਉਣ ਤੋਂ ਪਹਿਲੇ ਉਹ ਸਿੱਕਾ ਲੱਭਣਾ ਜ਼ਰੂਰੀ ਹੈ। ਹਾਂਜੀ, ਸਮਝ ਆ ਰਹੀ ਹੈ? ਆਮੀਨ, ਹਾਲੇਲੂਇਆ। ਇਸ ਸੰਸਾਰ ਦੀ ਬਰਬਾਦੀ ਹੋਣ ਵਾਲੀ ਹੈ। ਅੱਗ ਇਸ ਧਰਤੀ ਉੱਤੇ ਡਿੱਗਣ ਵਾਲੀ ਹੈ। ਇਹ ਧਰਤੀ ਉੱਤੇ ਅੱਗ ਡਿੱਗਣ ਤੋਂ ਪਹਿਲੇ ਮੈਨੂੰ ਤੇ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਕੁਛ ਗਵਾਚ ਗਿਆ। ईद पेंतीकोस्त वाला दिन वाला पवित्र आत्मा का मसा गवाच गया। अदर बाग वाला माहौल गवाच गया।
ਹਾਲੇਲੂਇਆ। ਹਾਲੇਲੂਇਆ। ਮਨੁੱਖ ਜਾਤੀ ਦਾ ਤੇ ਧਰਤੀ ਦਾ ਕੁਛ ਗਵਾਚ ਗਿਆ। ਧਰਤੀ ਦਾ ਕੀ ਗਵਾਚ ਗਿਆ? ਨਬੀ ਨੇ ਦੱਸਿਆ ਸਾਰੇ ਪਿੱਤਲ ਦੇ, ਸਾਰੇ ਲੋਹੇ ਦੇ ਤੱਤ, ਪਿੱਤਲ ਦੇ ਤੱਤ ਅੱਜ ਮਨੁੱਖ ਜਾਤੀ ਨੇ, ਸਾਇੰਸ ਨੇ ਧਰਤੀ ਵਿੱਚੋਂ ਖਿੱਚ ਲਏ। ਧਰਤੀ ਖੋਖਲੀ ਹੋ ਗਈ। ਧਰਤੀ ਹੋ ਕੇ ਪਰ ਰਹੀ ਹੈ, ਜਾਨਵਰ ਹੋ ਕੇ ਪਰ ਰਹੇ ਹਨ। ਅੱਜ ਪੂਰੀ ਸ੍ਰਿਸ਼ਟੀ ਜਿਹੜੀ ਹੈ ਹੋ ਕੇ ਅੰਜ ਚਲੀ ਗਈ। ਜੀ ਪਿਆਰਿਓ, 88 ਪੜ ਦਈਏ। ਹੁਣ ਸ੍ਰਿਸ਼ਟੀ ਦਾ ਕੁਝ ਗੁੰਮ ਹੋ ਗਿਆ ਹੈ। ਹਾਂਜੀ, ਪਹਿਲਾਂ ਕੀ ਦੇਖਿਆ ਸੀ? ਸ੍ਰਿਸ਼ਟੀ ਦਾ ਕੁਛ, ਮਨੁੱਖ ਜਾਤੀ ਦਾ ਕੁਛ ਗਵਾਚ ਗਿਆ। ਅੱਗੇ ਫਿਰ ਅਸੀਂ ਉੱਥੇ ਅਵਸਥਾ ਦੇ ਵਿੱਚ ਹਾਂ ਕਿ ਮਨੁੱਖ ਜਾਤੀ ਦਾ ਕੁਛ ਗੁੰਮ ਹੋ ਗਿਆ, ਸ੍ਰਿਸ਼ਟੀ ਦਾ ਕੁਛ ਗੁੰਮ ਹੋ ਗਿਆ। ਹਾਂਜੀ ਪੜ੍ਹੀਏ। ਅਤੇ ਹੁਣ ਸ੍ਰਿਸ਼ਟੀ ਦਾ ਕੁਝ ਗੁੰਮ ਹੋ ਗਿਆ ਹੈ। ਅਤੇ ਹੁਣ ਸ੍ਰਿਸ਼ਟੀ ਦਾ ਕੁਛ ਗੁੰਮ ਹੋ ਗਿਆ ਹੈ। ਪੜ੍ਹੀਏ। ਅਤੇ ਹੋਕੇ ਭਰ ਰਹੀ ਹੈ। ਤੇ ਇਹ ਸ੍ਰਿਸ਼ਟੀ ਜਿਹੜੀ ਹੈ ਇਹ ਹੋਕੇ ਭਰ ਰਹੀ ਹੈ। ਕੀ ਗਵਾਚ ਗਿਆ? ਇੱਕ ਵਾਰ ਫਿਰ ਮੈਂ ਪੁੱਛਣਾ ਚਾਹਾਂਗਾ, ਕੀ ਗਵਾਚ ਗਿਆ? ਅਦਨ ਬਾਗ ਵਿੱਚ ਜਿਹੜਾ ਅਸਲੀ ਰਾਜਾ ਸੀ ਨਾ, ਖੁਦਾ ਦਾ ਪੁੱਤਰ, ਉਹ ਗਵਾਚ ਗਿਆ। ਆਮੀਨ। ਹਾਂਜੀ, ਕਿੰਨੇ ਸਮਝੇ ਇਸ ਗੱਲ? ਆਮੀਨ। ਕਿਹਨੂੰ ਰਾਜਾ ਬਣਾਇਆ ਸੀ ਅਦਨ ਬਾਗ ਵਿੱਚ? ਆਦਮ ਨੂੰ। ਹਾਲੇਲੂਇਆ, 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 ਹਾਲੇਲੂਇਆ। ਤੇ ਆਦਮ ਉਸ ਅਵਸਥਾ ਤੋਂ ਡਿੱਗ ਗਿਆ ਤੇ ਰਾਜ ਕਿਸੇ ਹੋਰ ਦੇ ਹੱਥਾਂ ਵਿੱਚ ਚਲਾ ਗਿਆ। ਮੈਂ ਪਹਿਲੇ ਨਾਲੋਂ ਕਾਫੀ, ਖੁਦਾ ਨੇ ਮੈਨੂੰ ਇਸ ਹਫਤੇ ਦੇ ਵਿੱਚ ਚੇਂਜ ਕੀਤਾ ਆ ਮਾਹੌਲ ਤੇ ਇਸ ਵਾਤਾਵਰਨ ਨੂੰ ਵੇਖਦੇ ਹੋਏ। ਔਰ ਮੇਰੀਓ ਭੈਣੋ ਤੇ ਮੇਰੇ ਭਰਾਓ, ਕੁਛ ਹੋਰ ਸੰਸੇਰ ਹੋ ਜਾਓ। ਪ੍ਰਚਾਰ ਕੁਛ ਹੋਰ ਲੈਵਲ ਤੇ ਆਉਣ ਵਾਲੇ ਨੇ। ਔਰ ਹੁਣ ਅੱਜ ਤੱਕ ਮੈਂ ਕਲੀਸਿਆ ਨੂੰ ਉਸ ਲੈਵਲ ਤੇ ਲੈ ਕੇ ਆਉਣ ਦੇ ਲਈ ਪ੍ਰਚਾਰ ਕਰਦਾ ਰਿਹਾ। ਹੁਣ ਕਲੀਸਿਆ ਨੂੰ ਉਸ ਲੈਵਲ ਤੇ ਲੈ ਕੇ ਆਉਣ ਵਾਸਤੇ ਮੈਂ ਜ਼ੋਰ ਨਹੀਂ ਲਗਾਵਾਂਗਾ। ਹੁਣ ਖੁਦਾ ਨੇ ਮੈਨੂੰ ਕੁਛ ਹੋਰ ਚੇਂਜ ਕਰ ਦਿੱਤਾ ਹੈ। ਮੈਂ ਬਦਲ ਗਿਆ ਆ। ਜੇ ਚੇਂਜ ਹੋਣਾ ਚਾਹੁੰਦੇ ਹੋ ਤੇ ਚੇਂਜ ਹੋ ਜਾਓ। ਅਗਰ ਜਿੱਦਾਂ ਚੱਲਣਾ ਚਾਹੁੰਦੇ ਹੋ ਗੋ। ਇਹ ਤੁਹਾਡੀ ਹਰ ਇੱਕ ਦੀ ਹੁਣ ਇੱਛਾ ਹੈ। ਔਰ ਮੈਂ ਲਾਈਵ ਪ੍ਰਚਾਰ ਕਰਨ ਵਾਲੇ ਤੁਰ ਪਿਆ ਹਾਂ। ਜਿਨ੍ਹਾਂ ਪ੍ਰਚਾਰਾਂ ਦੀ ਮੈਂ ਕਾਫੀ ਦੇਰ ਤੋਂ ਤਾਂਘ ਕਰ ਰਿਹਾ ਸੀ ਕਿ ਮੈਂ ਲੈ ਕੇ ਆਉਣੇ ਨੇ। ਔਰ ਮੈਂ ਜਲਦੀ ਇੱਕ ਮੋਬਾਈਲ ਦੀ ਜਿਹੜੀ ਹੈ ਸੁਵਿਧਾ ਕਰਾਂਗਾ ਤਾਂ ਕਿ ਮੈਂ ਲਾਈਵ ਪ੍ਰਚਾਰ ਕਰ ਸਕਾਂ। ਔਰ ਮੈਂ ਹਫਤੇ ਦੇ ਵਿੱਚ 2 ਮੀਟਿੰਗਾਂ, ਅਬਲ ਤਿੰਨ ਨਹੀਂ ਤਾਂ 2 ਮੈਂ ਜ਼ਰੂਰ ਕਰੂੰਗਾ, ਤਾਂ ਕਿ ਜਿੰਨੇ ਮੈਂ ਪ੍ਰਚਾਰ ਕਰਨੇ ਸੀਗੇ ਮੈਂ ਉਹ ਨਹੀਂ ਕਰ ਪਾਇਆ, ਤਾਂ ਕਿ ਮੈਂ ਉਹਨਾਂ 2 ਮੀਟਿੰਗਾਂ 3 ਮੀਟਿੰਗਾਂ ਕਰਕੇ ਉਹਨਾਂ ਨੂੰ ਜਲਦੀ ਕਵਰ ਕਰ ਸਕਾਂ। ਬਹੁਤ ਕੁਛ ਪਿਆ ਹੈ ਜੀ। ਹਾਲੇਲੂਇਆ, ਹਾਲੇਲੂਇਆ, ਆਮੀਨ, ਆਮੀਨ। ਖੁਦਾ ਬਰਕਤ ਦੇਵੇ। ਅੱਜ ਤੱਕ ਮੈਂ ਇਹੀ ਜ਼ੋਰ ਲਗਾਉਂਦਾ ਰਿਹਾ ਤਾਂ ਕਿ ਕਲੀਸਿਆ ਸਮਝ ਜਾਏ, ਪਹਿਚਾਨ ਜਾਏ, ਰੋਕ ਪਾਏ ਔਰ ਕਲੀਸਿਆ ਉਸ ਦਸਤੂਰ ਦੇ ਅੰਦਰ ਆ ਸਕੇ। ਲੇਕਿਨ ਸਮਾਂ ਓਵਰ ਹੋ ਚੁੱਕਾ ਹੈ। ਹੁਣ ਸਮਾਂ ਕੁਛ ਹੋਰ ਹੈ, ਕਿਉਂਕਿ ਹਾਲਾਤ ਜਿਹੜੇ ਸੰਸਾਰ ਦੇ ਬੀਤ ਰਹੇ ਨੇ ਇਹ ਕੁਛ ਦੱਸ ਰਹੇ ਨੇ। ਬਹੁਤ ਜਲਦ ਵਨ ਵਰਲਡ ਕੌਂਸਲਰ ਆ ਰਹੀ ਹੈ। ਮੈਂ ਸੁਣਿਆ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵਰਲਡ ਗੌਰਮੈਂਟ ਦਾ ਐਲਾਨ ਕਰ ਦਿੱਤਾ ਹੈ। ਮੈਂ 1-2 ਦੇ ਕੋਲੋਂ ਸੁਣਿਆ ਹੈ ਤੇ 2-3 ਗਵਾਹਾਂ ਦੀ ਗਵਾਹੀ ਸੱਚੀ ਮੰਨੀ ਜਾਏ। ਤੋ ਇਸ ਲਈ ਕਿਤੇ ਨਾ ਕਿਤੇ ਸ਼ੁਭ ਕਿਉਂ ਨੇ ਬਿਆਨ ਕਿਤੇ ਦੇ ਦਿੱਤਾ ਹੋਵੇਗਾ, ਕਿਉਂਕਿ ਥੱਲੇ ਲੈਵਲ ਤੇ ਕੁਝ ਨਹੀਂ ਪਤਾ ਲੱਗਦਾ, ਉੱਪਰਲੇ ਲੈਵਲ ਦੇ ਉੱਪਰ ਬਹੁਤ ਕੁਝ ਚੱਲ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਤੇ ਮੈਂ ਪਿਆਰਿਓ ਤੁਹਾਨੂੰ ਦੱਸਿਆ ਸੀਗਾ ਕਿ ਕਰੋਨਾ ਕੁਛ ਨਹੀਂ ਹੈ। ਇਹ ਤਾਂ ਸਿਰਫ ਤੇ ਸਿਰਫ ਸੰਸਾਰ ਨੂੰ ਆਰਥਿਕ ਮੰਦੀ ਵਿੱਚ ਲੈ ਕੇ ਜਾਣ ਦੇ ਵਾਸਤੇ ਇੱਕ ਖੁਦਾ ਦਾ ਪਲਾਨ ਆ। ਮੈਂ ਇਹ ਨਹੀਂ ਕਹਿੰਦਾ ਕਿ ਕਰੋਨਾ ਹੈ ਨਹੀਂ। ਇਹ ਕਰੋਨਾ ਤੇ ਇੱਕ ਮੈਂ ਕਹਿ ਰਿਹਾ ਬਹਾਨਾ ਹੈ। ਮੈਂ ਇਹ ਵੀ ਦੱਸਿਆ ਹੀ ਪ੍ਰਚਾਰ ਰਿਕਾਰਡ ਹੋ ਰਹੇ ਨੇ, ਪ੍ਰਚਾਰ ਲਾਈਵ ਹੋ ਰਿਹਾ ਹੈ। ਔਰ ਕਈ ਲੋਕ ਪ੍ਰਚਾਰਕਾਂ ਦੇ ਉੱਪਰ ਟਿੱਪਣੀ ਕਰਦੇ ਨੇ ਤੇ ਕਹਿੰਦੇ ਨੇ ਕਿ ਇਹ ਪ੍ਰਚਾਰਕ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਚੰਗਾ ਕਰ ਦਿੰਦੇ ਨੇ। ਇਹ ਦਾਅਵਾ ਕਰਦੇ ਨੇ ਕਿ ਇਹ ਚਮਤਕਾਰ ਕਰਦੇ ਨੇ, ਇਹ ਕਰੋਨਾ ਨੂੰ ਭਜਾ ਕੇ ਦਿਖਾਉਣ।
ਕਈ ਇਦਾਂ ਦੇ ਲੋਕ ਟਿੱਪਣੀਆਂ ਕਰਦੇ ਨੇ ਔਰ ਮੈਂ ਉਹਨਾਂ ਨੂੰ ਅੱਜ ਲਾਈਵ ਹੋ ਕੇ ਦੱਸਣਾ ਚਾਹੁੰਦਾ ਹਾਂ, ਪਿਆਰਿਓ, ਜਿਹੜੀ ਬਵਾ ਖੁਦਾ ਵੱਲੋਂ ਆਈ ਉਹਦਾ ਵਿਰੋਧ ਕੋਈ ਨਹੀਂ ਕਰ ਸਕਦਾ ਹੈ। ਆਮੀਨ। ਸੱਚੇ। ਹਾਲੇਲੂਇਆ। ਜਿਹੜੀ ਚੀਜ਼ ਖੁਦਾ ਨੇ ਭੇਜ ਦਿੱਤੀ ਹੈ ਉਹਦਾ ਵਿਰੋਧ ਕੋਈ ਨਹੀਂ ਕਰ ਸਕਦਾ। ਜਿਹੜੀ ਚੀਜ਼ ਸ਼ੈਤਾਨ ਵੱਲੋਂ ਆਈ ਉਹਦਾ ਵਿਰੋਧ ਸੇਵਕ ਕਰ ਸਕਦੇ ਨੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਤੇ ਫਿਰ ਕੀ ਇਹ ਖੁਦਾ ਵੱਲੋਂ ਹੈ? ਜੀ ਮੈਂ ਕਹਾਂਗਾ ਇਹ ਖੁਦਾ ਵੱਲੋਂ ਹੈ। ਕਿਉਂ? ਕਿਉਂਕਿ ਖੁਦਾ ਵੱਲੋਂ ਆਈ ਹੋਈ ਵਸਤੂ ਨੂੰ ਕੋਈ ਸਮਝ ਨਹੀਂ ਸਕਦਾ। ਇਸ ਲਈ ਪਿਆਰਿਓ, ਅੱਜ ਇਹ ਕਰੋਨਾ ਨੂੰ ਕੋਈ ਸਮਝ ਨਹੀਂ ਪਾ ਰਿਹਾ ਕਿ ਹੈ ਕੀ। ਹਾਂਜੀ, ਕਿੰਨੇ ਸਮਝ ਗਏ? ਕੋਈ ਕਹਿੰਦੇ ਬਾਵਾ ਆ ਤੇ ਕੋਈ ਕਹਿੰਦੇ ਮੈਂ ਲੱਖ ਰੁਪਇਆ ਦੋ, ਮੈਨੂੰ ਬਾਵਾ ਕੋਈ ਸਾਬਤ ਕਰ ਦੇਵੇ। ਇਹਨਾਂ ਨੂੰ ਖੁਦ ਨਹੀਂ ਸਮਝ ਆ ਰਹੀ। ਜੇ ਸਮਝ ਆ ਜਾਂਦੀ ਇਹਦਾ ਇਲਾਜ ਲੱਭ ਲੈਂਦੇ। ਇਹਦਾ ਮਤਲਬ ਇਹ ਲਾ ਇਲਾਜ ਹੈ। ਇਹ ਇਹਨਾਂ ਮਨੁੱਖ ਜਾਤੀ ਦੀ ਸਮਝ ਤੋਂ ਕਿਤੇ ਪਰੇ ਹੈ। ਇਹ ਸਾਇੰਸ ਦੀ ਸਮਝ ਤੋਂ ਕਿਤੇ ਪਰੇ ਹੈ। ਮਨੁੱਖ ਜਾਤੀ ਕਿਵੇਂ ਬਣੀ? ਜਿਵੇਂ ਇਸ ਚੀਜ਼ ਨੂੰ ਸਮਝ ਨਹੀਂ ਸਕੇ, ਇਸੇ ਤਰੀਕੇ ਨਾਲ ਇਸ ਆਈ ਹੋਈ ਸੰਸਾਰ ਵਿੱਚ ਬਾਬਾ ਨੂੰ ਵੀ ਸਮਝ ਨਹੀਂ ਪਾਏ। ਖੁਦਾ ਦੇ ਪਲਾਨ ਦੇ ਵਿਰੋਧ ਵਿੱਚ ਕੋਈ ਖੁਦਾ ਦਾ ਜਨ ਨਹੀਂ ਜਾ ਸਕਦਾ ਹੈ। ਅੱਛਾ, ਇਹ ਖੁਦਾ ਵੱਲੋਂ ਦਿੱਤੀ ਹੋਈ ਅਨੁਮਤੀ ਦੁਆਰਾ ਆਈ? ਜੀ। ਕਿਉਂ? ਕਿਉਂਕਿ ਸੰਸਾਰ ਆਰਥਿਕ ਮੰਦੀ ਵਿੱਚ ਚਲਾ ਜਾਏ। ਕਿਉਂ? ਕਿਉਂਕਿ ਨਬੀ ਦੇ ਬੋਲੇ ਹੋਏ ਵਚਨ ਦੇ ਮੁਤਾਬਕ ਵਨ ਵਰਲਡ ਗਵਰਨਮੈਂਟ ਆਏ। जब तक दुनिया आर्थिक मंदी ਵਿੱਚ नहीं जाएगी, वन वर्ल्ड गवर्नमेंट नहीं आएगी। और दुनिया आर्थिक मंदी ਵਿੱਚ संसार ਨੂੰ ਲੈ ਕੇ ਜਾਣ ਵਾਸਤੇ ਕੋਈ ਨਾ ਕੋਈ ਤਾਂ ਭਾਈ ਸੋਲੂਸ਼ਨ ਨਿਕਲੇਗਾ। ਕਾਰੋਬਾਰ ਲੋਕਾਂ ਦੇ ਬੰਦ ਹੋ ਜਾਣਗੇ। ਕਾਰੋਬਾਰ ਬੰਦ ਹੋਣ ਕਰਕੇ ਸਰਕਾਰਾਂ ਦੇ ਜਿਹੜੇ ਕਾਰੋਬਾਰ ਨੇ ਬੰਦ ਹੋ ਜਾਣਗੇ ਤਾਂ ਕਿ ਸਰਕਾਰਾਂ ਦੀ ਕਮਾਈ ਵੀ ਜਾਂਦੀ ਰਹੇਗੀ ਤੇ ਜੋ ਹੈ ਉਹ ਬੈਠ ਕੇ ਖਾ ਲੈਣਗੇ। ਅੱਗੇ ਸਰਕਾਰਾਂ ਚਲਾਉਣ ਦੇ ਵਾਸਤੇ ਪੈਸਾ ਨਹੀਂ ਹੋਵੇਗਾ ਤੇ ਫਿਰ ਦੇਖਣਗੇ ਕਿ ਸਰਕਾਰਾਂ ਨੂੰ ਚਲਾਉਣ ਵਾਸਤੇ ਪੈਸਾ ਕਿੱਥੋਂ ਆਵੇ। ਉਹ ਇੱਕ ਦੇ ਕੋਲ ਆ। ਹਾਲੇਲੂਇਆ। ਉਹ ਇੱਕ ਦੇ ਕੋਲ ਆ ਤੇ ਫਿਰ ਉਹਦੇ ਸਭ ਅਧੀਨ ਹੋ ਜਾਣਗੇ ਔਰ ਫਿਰ ਉਹ ਪੂਰੀ ਦੁਨੀਆ ਨੂੰ ਚਲਾਉਣ ਦਾ ਯਤਨ ਕਰੇਗਾ। ਇਹ ਸਿਰਫ ਤੇ ਸਿਰਫ ਤਾਂ ਜਾ ਕੇ ਮੈਂ ਗੱਲ ਕਰਦਾ ਹਾਂ, ਯਹੂਨਾ ਨੂੰ ਜੋ ਬੀਤਿਆ ਸੀ ਉਹ ਦਿਖਾਇਆ ਗਿਆ, ਜੋ ਵਰਤਮਾਨ ਸਮਾਂ ਸੀ ਉਹ ਦਿਖਾਇਆ ਗਿਆ, ਜੋ ਫਿਊਚਰ ਸੀ ਉਹ ਦਿਖਾਇਆ ਗਿਆ। ਪਿਆਰਿਓ, ਅੱਜ ਵਰਤਮਾਨ ਸਮਾਂ ਦੁਨੀਆ ਨੂੰ ਆਰਥਿਕ ਮੰਦੀ ਵਿੱਚ ਲੈ ਕੇ ਜਾਣ ਵਾਲਾ ਹੈ। ਅੱਜ ਵੀ ਯਹੂਨਾ ਇਸ ਧਰਤੀ ਉੱਤੇ ਹੈ। ਹਾਲੇਲੂਇਆ। ਇਹ ਦੁਨੀਆ ਨੂੰ ਆਰਥਿਕ ਮੰਦੀ ਵਿੱਚ ਲੈ ਕੇ ਜਾਣ ਦਾ ਇੱਕ ਪਲਾਨ ਹੈ। ਜਿਵੇਂ ਯਿਸੂ ਮਸੀਹ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਹੂਨਾ ਮਾਰਗ ਤਿਆਰ ਕਰ ਰਿਹਾ ਸੀ, ਇਸੇ ਤਰ੍ਹਾਂ ਕਰੋਨਾ ਮਸੀਹ ਵਿਰੋਧੀ ਦੇ ਆਉਣ ਦੇ ਵਨ ਵਰਲਡ ਗਵਰਨਮੈਂਟ ਆਉਣ ਦੇ ਲਈ ਇਹ ਕਰੋਨਾ ਇੱਕ ਮਾਰਗ ਤਿਆਰ ਕਰ ਰਿਹਾ ਹੈ ਤਾਂ ਕਿ ਦੁਨੀਆ ਮੰਦੀ ਵਿੱਚ ਚਲੀ ਜਾਵੇ ਤੇ ਵਨ ਵਰਲਡ ਗਵਰਨਮੈਂਟ ਆਏ। ਆਮੀਨ। ਸੱਚ ਹੈ। ਤੇ ਸਾਵਧਾਨ ਹੋ ਜਾਓ, ਜਦੋਂ ਵਨ ਵਰਲਡ ਗਵਰਨਮੈਂਟ ਆ ਗਈ, ਸਾਵਧਾਨ ਹੋ ਜਾਓ। ਜਦੋਂ ਵਨ ਵਰਲਡ ਗਵਰਨਮੈਂਟ ਆ ਗਈ, ਵਨ ਵਰਲਡ ਚਰਚ ਬਣ ਗਿਆ ਤੇ ਫਿਰ ਤੁਹਾਡੇ ਚਰਚ ਬੰਦ। ਸਾਵਧਾਨ ਹੋ ਜਾਓ। ਹਾਲੇਲੂਇਆ। ਹਾਲੇਲੂਇਆ। ਦੁਹਾਈ ਦਿੱਤੀ ਜਾ ਰਹੀ ਸੀ, ਸੁਣੋ ਜਿੰਨਾ ਸੁਣ ਸਕਦੇ ਹੋ। 2-2 ਮਿੰਟਾਂ 3-3 ਮਿੰਟਾਂ ਰੱਖ ਕੇ ਇਹਨਾਂ ਵਚਨਾਂ ਨੂੰ ਸੁਣੋ। ਇੱਕ ਦਿਨ ਤੁਸੀਂ ਇਹਨਾਂ ਵਚਨਾਂ ਨੂੰ ਲੱਭੋਗੇ ਪਰ ਵਚਨ ਲੱਭਣਗੇ ਨਹੀਂ। ਮੈਂ ਕਿੱਥੇ ਹੋਵਾਂਗਾ ਪਤਾ ਨਹੀਂ, ਤੁਸੀਂ ਕਿੱਥੇ ਹੋਵੋਗੇ ਪਤਾ ਨਹੀਂ। ਜਾਂ ਤਾਂ ਭਾਈ ਸਹਿਮਤ ਹੋ ਜਾਵੋਗੇ ਤੇ ਜਾਂ ਫਿਰ ਛੁਪ ਕੇ ਕਿਤੇ ਬੈਠ ਜਾਓਗੇ ਤੇ ਫਿਰ ਕੀ ਕਰੋਗੇ? ਵਚਨ ਨਹੀਂ ਮਿਲੇ। ਜਿਹੜੇ ਪਹਿਲੇ ਸੁਣੇ ਹੋਏ ਨੇ, ਅਗਰ ਤੁਹਾਡੇ ਅੰਦਰ ਜਮਾ ਹੈਗੇ ਨੇ, ਉਹਨਾਂ ਨੂੰ ਹੀ ਰਿਪੀਟ ਕਰੋਗੇ। ਇੱਕ ਉਦਾਹਰਨ ਮੈਨੂੰ ਕਹਿ ਲੈਣ ਦਿਓ। ਗਾਂ ਤੇ ਮੱਝ ਕੋਲੋਂ ਸਿੱਖੀਏ, ਇਹਨਾਂ ਪਸ਼ੂਆਂ ਦੇ ਕੋਲੋਂ। ਗਾਈ ਮੱਝ ਘਾਹ ਜਾਂ ਆਪਣਾ ਅਨਾਜ ਖਾਂਦੀ ਹੈ ਔਰ ਖਾਣ ਤੋਂ ਬਾਅਦ ਵਿੱਚ ਕਿਤੇ ਨਾ ਕਿਤੇ ਉਹ ਬੈਠ ਜਾਂਦੀ ਹੈ ਤੇ ਉਹ ਉਗਾਲੀ ਕਰਦੀ ਹੈ।
ਮੈਨੂੰ ਤਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਐਵੇਂ ਹੀ ਮੂੰਹ ਹਲਾਈ ਜਾ ਰਹੀ ਹੈ। ਉਹ ਐਵੇਂ ਮੂੰਹ ਨਹੀਂ ਹਲਾਉਂਦੀ। ਜਿਹੜਾ ਉਹਨੇ ਖਾਧਾ ਹੋਇਆ ਹੈ ਉਹਨੂੰ ਮੂੰਹ ਤੇ ਲੈ ਕੇ ਆਉਂਦੀ ਹੈ, ਉਹਨੂੰ ਫਿਰ ਬਰੀਕ ਕਰਦੀ ਹੈ, ਫਿਰ ਅੰਦਰ ਲੈ ਕੇ ਜਾਂਦੀ ਹੈ, ਫਿਰ ਅੰਦਰੋਂ ਬਾਹਰ ਲੈ ਕੇ ਮੂੰਹ 'ਚ ਲੈ ਕੇ ਆਉਂਦੀ ਹੈ, ਉਹਨੂੰ ਬਰੀਕ ਕਰਦੀ ਹੈ ਤੇ ਫਿਰ ਉਹਨੂੰ ਨਿਗਲਦੀ ਹੈ। ਕਿੰਨੇ ਸਮਝ ਗਏ? ਇਹ ਜਿਹੜੇ ਪ੍ਰਚਾਰ ਤੁਸੀਂ ਸੁਣੇ ਨੇ, ਉਹ ਸਮਾਂ ਆਵੇਗਾ ਜਦੋਂ ਉਹਨਾਂ ਨੂੰ ਰਿਪੀਟ ਕਰੋਗੇ, ਉਹਨਾਂ ਨੂੰ ਅੰਦਰੋਂ ਬਾਹਰ ਕੱਢੋਗੇ। ਅਸੀਂ ਇਹ ਵੀ ਸੁਣਿਆ ਸੀ, ਅਸੀਂ ਇਹ ਵੀ ਸਿੱਖਿਆ ਸੀ, ਅਸੀਂ ਇਹ ਵੀ ਸੁਣਿਆ ਸੀ। ਜੀ ਪਿਆਰਿਓ, ਜੇ ਤੁਹਾਡੇ ਅੰਦਰ ਵਚਨ ਹਨ ਤੇ ਬਾਹਰ ਨਿਕਲਣਗੇ। ਜੇ ਉਸ ਗਾਂ ਮੱਝ ਨੇ ਘਾਹ ਖਾਦਾ ਹੈ, ਉਹ ਬਾਹਰ ਮੂੰਹ 'ਚ ਲੈ ਕੇ ਆਵੇਗੀ। ਜੇ ਉਹਨੇ ਖਾਦਾ ਹੀ ਨਹੀਂ ਤੇ ਉਹ ਬਾਹਰ ਕਿੱਥੋਂ ਲੈ ਕੇ ਆਏਗੀ? ਆਮੀਨ। ਦੂਸਰੀ ਉਦਾਹਰਨ ਮੈਨੂੰ ਦੱਸ ਲੈਣ ਦਿਓ। ਪਵਿੱਤਰ ਬਾਈਬਲ ਬਿਆਨ ਕਰਦੀ ਹੈ, ਹੇ ਆਲਸੀ ਜਾ ਕੀੜੀ ਕੋਲ ਜਾ। ਕੀੜੀ ਦੇ ਕੋਲ ਜਾ। ਉਹ ਗਰਮੀ ਦੇ ਸਮੇਂ ਆਪਣਾ ਆਹਾਰ ਇਕੱਠਾ ਕਰਦੀ ਹੈ ਤਾਂ ਕਿ ਉਹਨੂੰ ਪਤਾ ਹੈ ਅੱਗੇ ਸਿਆਲ ਆਉਣ ਵਾਲਾ ਹੈ, ਅੱਗੇ ਮਿਲਣਾ ਨਹੀਂ। ਪਿਆਰਿਓ, ਇੱਕ ਸਮਾਂ ਆ ਰਿਹਾ ਹੈ ਜਦੋਂ ਇਹ ਚਰਚ ਬੰਦ ਹੋ ਜਾਣਗੇ, ਤੁਹਾਨੂੰ ਇਹ ਆਹਾਰ ਜੋ ਅੱਜ ਮਿਲ ਰਿਹਾ ਹੈ ਇਹ ਨਹੀਂ ਮਿਲੇਗਾ, ਇਹ ਨਹੀਂ ਮਿਲੇਗਾ। ਅੱਜ ਜਮਾ ਕਰਨ ਦੀ ਜ਼ਰੂਰਤ ਹੈ। ਡਾਇਰੀਆਂ ਤੁਹਾਡੇ ਕੋਲ ਲੈ ਲਈਆਂ ਜਾ ਸਕਦੀਆਂ ਨੇ, ਸੰਦੇਸ਼ ਤੁਹਾਡੇ ਕੋਲ ਲੈ ਲਏ ਜਾ ਸਕਦੇ ਨੇ ਜੀ। ਇਹਨਾਂ ਨੂੰ ਆਪਣੇ ਅੰਦਰ ਜਮਾ ਕਰਨ ਦੀ ਜ਼ਰੂਰਤ ਹੈ। ਤਾਂ ਜਾ ਕੇ ਹਿਜ਼ਕੀਏਲ ਨੂੰ ਕੀ ਕਿਹਾ ਸੀ? ਆਓ ਪੜ੍ਹ ਦਈਏ, ਪੜ੍ਹ ਦੋ ਹਿਜ਼ਕੀਏਲ 3 ਪਾਠ। ਪਹਿਲਾਂ ਤਾਂ 2 ਦੀਆਂ ਲਾਸਟ ਪੜ੍ਹਦੇ ਹੋ, 2 ਪਾਠ ਉਹਦੀ 8 ਤੋਂ ਪੜ੍ਹਦੇ ਹੋ, ਉਸ ਤੋਂ ਬਾਅਦ 3 ਪਾਠ ਵਿੱਚ ਅਸੀਂ ਚੱਲਦੇ ਹਾਂ। ਹਾਂਜੀ, ਕੀ ਕਿਹਾ ਸੀ? ਅਸੀਂ ਆਨੇ ਆ ਉਹ ਕੀੜੀ ਕੋਲੋਂ ਵੀ ਸਿੱਖਿਆ ਲੈਣੇ ਅੱਜ ਜੀ। ਪਰ ਤੂੰ ਹੀ ਆਦਮੀ ਦੇ ਪੁੱਤਰ, ਪਰ ਤੂੰ ਹੈ ਆਦਮੀ ਦੇ ਪੁੱਤਰ, ਸੁਣ ਜੋ ਮੈਂ ਤੈਨੂੰ ਬੋਲਦਾ ਹਾਂ। ਸੁਣ ਜੋ ਮੈਂ ਤੈਨੂੰ ਬੋਲਦਾ ਹਾਂ। ਤੂੰ ਸਾਕੀ ਘਰਾਣੇ ਵਾਂਗਰ ਆਖੀ ਨਾ ਤੂੰ ਹੋ। ਆਖੀ ਘਰਾਣੇ ਦੇ ਵਾਂਗਰ ਜਾ ਕੇ ਆਖੀ ਨਾ ਹੋ ਜਾਵੀਂ। ਤੂੰ ਆਪਣਾ ਮੂੰਹ ਅੱਡ ਤੂੰ ਆਪਣਾ ਮੂੰਹ ਅੱਡ ਅਤੇ ਜੋ ਕੁਝ ਮੈਂ ਤੈਨੂੰ ਤੇ ਦਿੰਦਾ ਜੋ ਹਾਂ, ਕੁਝ ਖਾ ਮੈਂ ਲੈ। ਤੈਨੂੰ ਦਿੰਦਾ ਹਾਂ ਇਹਨੂੰ ਖਾ ਲੈ। ਅੱਜ ਇਹ ਦਿੱਤਾ ਜਾ ਰਿਹਾ ਹੈ, ਇਹਨੂੰ ਖਾ ਸਕਦੇ ਹੋ, ਕਿੰਨਾ ਜਿੰਨਾ ਚਾਹੋ ਖਾ ਸਕਦੇ ਹੋ। ਸਾਡੇ ਭਾਈ ਜੋਗਾ ਜੀ ਗੱਲ ਕਰਿਆ ਕਰਦੇ ਸਨ, ਬੁਆਜ਼ ਦਾ ਬੋਲ ਲੱਗਿਆ ਹੋਇਆ ਹੈ, ਜਿੰਨਾ ਮਰਜੀ ਤੁਸੀਂ ਖਾ ਸਕਦੇ ਹੋ। ਹਾਲੇਲੂਇਆ, ਹਾਲੇਲੂਇਆ, ਆਮੀਨ। ਹਾਂਜੀ ਪੜ੍ਹੀਏ। ਜਦ ਮੈਂ ਡਿੱਠਾ ਜਦੋਂ ਮੈਂ ਵੇਖਿਆ ਤਾਂ ਵੇਖੋ ਤੋ ਵੇਖੋ ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਸੀ। ਅਤੇ ਵੇਖੋ ਉਸ ਵਿੱਚ ਲਪੇਟਵੀਂ ਪੱਤਰੀ ਉਹਦੇ ਵਿੱਚ ਲਪੇਟਵੀਂ ਪੱਤਰੀ ਸੀਗੀ। ਅਤੇ ਉਹਨੇ ਉਸ ਨੂੰ ਮੇਰੇ ਸਾਹਮਣੇ ਉਹਨੇ ਵਿਛਾ ਮੇਰੇ ਦਿੱਤਾ ਅੱਗੇ ਕਹਿੰਦਾ ਇਹਨੂੰ ਵਿਛਾ ਦਿੱਤਾ। ਅਤੇ ਉਸ ਦੇ ਅੰਦਰ ਬਾਹਰ ਲਿਖਿਆ ਹੋਇਆ ਉਹਦੇ ਸੀ। ਅੰਦਰ ਬਾਹਰ ਲਿਖਿਆ ਹੋਇਆ ਸੀ। ਅਤੇ ਉਸ ਵਿੱਚ ਵੈਣ ਸੋਗ ਉਹਦੇ ਵਿੱਚ ਸਿਆਪਾ ਵੈਣ ਸੋਗ ਤੇ ਸਿਆਪਾ ਲਿਖੇ ਹੋਏ ਸਨ। ਪਿਆਰਿਓ, ਉਹ ਪੋਥੀ ਨੂੰ ਖਾਣਾ ਹੈ। ਉਹ ਪੋਥੀ ਅੱਜ ਬੰਦ ਨਹੀਂ ਹੈ, ਉਹ ਇੱਕ ਹੱਥ ਵਿੱਚ ਬੰਦ ਨਹੀਂ ਹੈ। ਇਹ ਤਾਂ 28 ਫਰਵਰੀ 1963 ਨੂੰ ਓਪਨ ਹੋ ਚੁੱਕੀ ਹੈ। ਇਹ ਤਾਂ ਖੁੱਲ ਚੁੱਕੀ ਹੈ। ਇਹ ਤਾਂ ਹਿਜ਼ਕੀਏਲ ਦਾ ਪਾਠ ਓਪਨ ਹੋ ਗਿਆ। ਆਮੀਨ। ਆਮੀਨ। ਹਾਲੇਲੂਇਆ। ਪੜ੍ਹੀਏ 3 ਪਾਠੋਂ ਦੀ ਸ਼ੁਰੂ ਤੋਂ। ਜਾਂ ਉਹਨੇ ਮੈਨੂੰ ਆਖਿਆ ਜਾਂ ਉਹਨੇ ਮੈਨੂੰ ਆਖਿਆ, ਕਿ ਹੇ ਆਦਮੀ ਦੇ ਪੁੱਤਰ, ਹੇ ਆਦਮੀ ਦੇ ਪੁੱਤਰ, ਜੋ ਕੁਝ ਮੈਂ ਤੈਨੂੰ ਮਿਲਿਆ ਹੈ ਜੋ ਕੁਝ ਤੈਨੂੰ ਮਿਲਿਆ ਹੈ ਸੋ ਖਾ। ਇਹਨੂੰ ਖਾ ਲਾ। ਇਸ ਲਵੇਟਵੀਂ ਪੱਤਰੀ ਨੂੰ ਖਾ ਲੈ ਇਸ ਲਵੇਟਵੀਂ ਪੱਤਰੀ ਨੂੰ ਖਾ ਲਾ। ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਜਾ ਕੇ ਇਜ਼ਰਾਈਲ ਦੇ ਘਰਾਣੇ ਨਾਲ ਬੋਲ। ਜਦ ਮੈਂ ਮੂੰਹ ਅੱਡਿਆ ਜਦੋਂ ਮੈਂ ਕਹਿੰਦਾ ਮੂੰਹ ਅੱਡਿਆ। ਤੇ ਉਹਨੇ ਲਵੇਟਵੀਂ ਪੱਤਰੀ ਮੈਨੂੰ ਖਵਾ ਦਿੱਤੀ। ਹਾਲੇਲੂਇਆ। ਹਾਲੇਲੂਇਆ। ਹੁਣ ਜੇ ਕੋਈ ਆਪਣਾ ਮੂੰਹ ਅੱਡੇਗਾ ਤਾਂ ਹੀ ਖਵਾਉਣ ਵਾਲਾ ਖਵਾਏਗਾ। ਤੇ ਜਿਹੜਾ ਕੋਈ ਬੈਠਾ ਹੈ ਇੱਥੇ ਤੇ ਧਿਆਨ ਕਰ ਰਿਹਾ, ਬੈਠਾ ਇੱਥੇ ਜਿਵੇਂ ਕੋਈ ਮੱਥਾ ਟੇਕਣ ਆਉਂਦਾ ਹੈ ਵੀ ਆਏ ਆ ਚਰਚ ਵਿੱਚ, ਆਏ ਚਰਚ ਵਿੱਚ ਆ ਕੇ ਤੇ ਚਲੇ ਗਏ, ਪ੍ਰਚਾਰ ਕੀ ਹੋਇਆ ਪਤਾ ਨਹੀਂ, ਸਿੱਖਿਆ ਹੀ ਨਹੀਂ, ਖਾਦਾ ਹੀ ਨਹੀਂ। ਖਾਦਾ ਹੋਵੇ ਤਾਂ ਪੇਟ ਭਰਿਆ ਹੋਵੇ। ਹਾਂਜੀ ਪੜ੍ਹੀਏ ਪੜ੍ਹੀਏ। ਇਸ ਲਵੇਟਵੀਂ ਪੱਤਰੀ ਨੂੰ ਲੈ ਤੇ ਖਾ ਲੈ। ਕਹਿੰਦਾ ਜਦੋਂ ਮੈਂ ਮੂੰਹ ਵੱਡਿਆ ਤੇ ਉਹਨੇ ਲਵੇਟਵੀਂ ਪੱਤਰੀ ਮੈਨੂੰ ਖਵਾ ਦਿੱਤੀ। ਪੜ੍ਹੀਏ। ਤਾਂ ਉਸ ਮੈਨੂੰ ਆਖਿਆ, ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਹੇ ਆਦਮੀ ਦੇ ਪੁੱਤਰ, ਜੋ ਮੈਂ ਤੈਨੂੰ ਦਿੰਦਾ ਹਾਂ ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੀ ਢਿੱਡ ਨੂੰ ਇਸ ਨਾਲ ਖਿਲਾ। ਤੂੰ ਇਹਨੂੰ ਆਪਣੇ ਢਿੱਡ ਨਾਲ ਖਿਲਾ। ਇਸ ਲਵੇਟਵੀਂ ਪੱਤਰੀ ਹਾਂਜੀ, ਨਾਲ ਆਪਣੀਆਂ ਆਂਦਰਾਂ ਨੂੰ ਭਰ ਲੈ। ਤਦ ਮੈਂ ਇਹਨੂੰ ਖਾਦਾ। ਪਿਆਰਿਓ, ਕੋਈ ਸਮਾਂ ਸੀਗਾ
ਜਦੋਂ ਖੁਦਾ ਨੇ ਵਚਨ ਲਿਖੇ, ਖੁਦਾ ਨੇ ਵਚਨ ਕਿੱਥੇ ਲਿਖੇ? ਪੱਥਰ ਦੀਆਂ ਫੱਟੀਆਂ ਦੇ ਉੱਤੇ। ਪਰ ਅੱਜ ਪੱਥਰ ਦੀਆਂ ਫੱਟੀਆਂ ਉੱਤੇ ਨਹੀਂ, ਅੱਜ ਮਾਸ ਰੂਪੀ ਹਿਰਦਿਆਂ ਦੇ ਉੱਤੇ ਉਹ ਲਿਖਣਾ ਚਾਹੁੰਦਾ ਹੈ। ਤੁਹਾਡੀਆਂ ਆਂਦਰਾਂ, ਤੁਹਾਡੇ ਗੁਰਦਿਆਂ, ਤੁਹਾਡੇ ਅੰਦਰ ਇਹ ਵਚਨ ਭਰੇ ਹੋਣ, ਇਹ ਵਚਨ ਤੁਹਾਡੇ ਅੰਦਰੋਂ ਬਾਹਰ ਨਿਕਲਣ। ਯੈਸ ਆਮੀਨ। ਹਾਲੇਲੂਇਆ। ਹਾਲੇਲੂਇਆ। ਇਸ ਲਈ ਬਾਈਬਲ ਵਿੱਚ ਦੋ ਨੇਮ ਦਾ ਜ਼ਿਕਰ ਕੀਤਾ ਗਿਆ। ਪਹਿਲੇ ਨੇਮ ਦੇ ਅੰਦਰ ਪੱਥਰ ਦੀਆਂ ਫੱਟੀਆਂ ਉੱਤੇ ਲਿਖਿਆ ਗਿਆ, ਕਹਿੰਦਾ ਮੈਂ ਤੁਹਾਨੂੰ ਨਵਾਂ ਨੇਮ ਦੇਵਾਂਗਾ। ਉਹ ਨਵੇਂ ਨੇਮ ਦੇ ਵਿੱਚ ਇਹ ਲਿਖਤਾਂ ਤੁਹਾਡੇ ਹਿਰਦਿਆਂ ਉੱਤੇ ਲਿਖੀਆਂ ਹੋਣਗੀਆਂ। ਆਮੀਨ। ਹਾਲੇਲੂਇਆ। ਆਮੀਨ। ਇਸ ਲਈ ਇਹ ਸਮਾਂ ਲਾਭਦਾਇਕ ਹੈ ਮੇਰੇ ਤੇ ਤੁਹਾਡੇ ਲਈ। ਅਜੇ ਵੀ ਕਿਰਪਾ ਹੈ ਅਸੀਂ ਸੁਣ ਸਕੀਏ। ਆਉਣ ਵਾਲੇ ਸਮੇਂ 'ਚ ਚਰਚ ਬੰਦ ਹੋਣ ਵਾਲੇ ਨੇ। ਆਓ ਅਸੀਂ ਉਸ ਕੀੜੀ ਕੋਲੋਂ ਸਿੱਖੀਏ। ਹੇ ਆਲਸੀ ਮਨੁੱਖ, ਕੀੜੀ ਕੋਲ ਜਾ। ਤੂੰ 2 ਬੰਦੀਆਂ ਅਟੈਂਡ ਨਹੀਂ ਕਰ ਸਕਦਾ, ਹਫ਼ਤੇ ਵਿੱਚ 3 ਮੀਟਿੰਗਾਂ ਅਟੈਂਡ ਨਹੀਂ ਕਰ ਸਕਦਾ, ਆਪਣੇ ਕੰਮਾਂ ਦੇ ਵਿੱਚ ਬਿਜੀ ਹੈ, ਆਪਣੇ ਘਰ ਦੇ ਵਿੱਚ ਨਿਕਲਣਾ ਨਹੀਂ ਚਾਹੁੰਦਾ। ਹੈ ਆਲਸੀ, ਕੀੜੀ ਕੋਲ ਜਾ। ਕੀੜੀ ਗਰਮੀਆਂ ਦੇ ਸਮੇਂ ਆਪਣਾ ਆਹਾਰ ਇਕੱਠਾ ਕਰਦੀ ਹੈ, ਜਮਾ ਕਰ ਲੈਂਦੀ ਹੈ। ਬਾਡੀ ਦੇ ਸਮੇਂ ਆਪਣਾ ਅਨਾਜ ਇਕੱਠਾ ਕਰ ਲੈਂਦੀ ਹੈ, ਫਿਰ ਬੈਠ ਕੇ ਖਾਂਦੀ ਹੈ। ਧਿਆਨ ਦਿਓ, ਉਹ ਅੰਦਰ ਬੈਠੀ ਖਾਂਦੀ ਰਹਿੰਦੀ ਹੈ। ਹੁਣ ਬਾਹਰ ਨਿਕਲ ਕੇ ਜਮਾ ਬਾਹਰ ਹੈ ਨਹੀਂ। ਪਿਆਰਿਓ, ਜਿਹੜਾ ਅੱਜ ਤੁਸੀਂ ਖਾ ਰਹੇ ਹੋ, ਇੱਕ ਦਿਨ ਤੁਸੀਂ ਬੈਠ ਜਾਓਗੇ, ਖਾਣਾ ਮਿਲੇਗਾ ਨਹੀਂ। ਜਿਹੜਾ ਤੁਸੀਂ ਜਮਾ ਕੀਤਾ ਹੋਇਆ ਹੈ, ਇਹਨੂੰ ਹੀ ਰਿਪੀਟ ਕਰੋਗੇ। ਆਮੀਨ। ਇਹਨੂੰ ਹੀ ਰਿਪੀਟ ਕਰੋਗੇ। ਇਸ ਲਈ ਪਿਆਰਿਓ, ਜਮਾ ਕੀਤਾ ਹੋਇਆ ਖਾਣਾ ਜਦੋਂ ਉਹ ਕੀੜੀਆਂ ਖਾਂਦੀਆਂ ਨੇ, ਖਾ ਖਾ ਕੇ ਉਹ ਪਲ ਜਾਂਦੀਆਂ ਨੇ। ਪਲਣ ਤੋਂ ਬਾਅਦ ਉਹਨਾਂ ਦੇ ਸਰੀਰ ਮਸਲ ਬਣ ਜਾਂਦੇ ਨੇ, ਉਹਨਾਂ ਦੇ ਪੰਖ ਬਣ ਜਾਂਦੇ ਨੇ। ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਹੈ, ਲਾਈਟ ਜਗਦੀ ਹੈ। ਹਾਲੇਲੂਇਆ, ਹਾਲੇਲੂਇਆ। ਉਹ ਹੀ ਨਿੱਕੀਆਂ ਨਿੱਕੀਆਂ ਕੀੜੀਆਂ, ਉਹ ਪੰਖ ਲੱਗ ਜਾਂਦੇ ਨੇ, ਉੱਡਦੀਆਂ ਨੇ ਜਦੋਂ ਲਾਈਟ ਆਉਂਦੀ ਹੈ। ਯੈਸ ਆਮੀਨ। ਹਾਲੇਲੂਇਆ। ਹਾਲੇਲੂਇਆ। ਤੇ ਬਾਰਿਸ਼ ਦੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਕਦੇ ਤੁਸੀਂ ਦੇਖੀਆਂ ਹੋਣਗੀਆਂ। ਆਮੀਨ ਆਮੀਨ। ਸ਼ਾਇਦ ਮੰਨਣਾ ਔਖਾ ਹੋਵੇਗਾ ਕਿ ਕੀ ਇਹ ਉਹ ਕੀੜੀਆਂ ਨੇ? ਉਹ ਕੀੜੀਆਂ ਏਡੀਆਂ ਏਡੀਆਂ ਮੋਟੀਆਂ ਹੋ ਜਾਂਦੀਆਂ ਨੇ, ਉਹ ਕੀੜੀਆਂ ਨੂੰ ਪਰ ਲੱਗਦੇ ਨੇ। ਜੀ ਪਿਆਰਿਓ, ਮੈਂ ਆਪ ਇਹਦਾ ਪ੍ਰੈਕਟੀਕਲ ਕੀਤਾ ਹੈ, ਦੇਖਿਆ ਹੈ ਮੈਂ ਕਿ ਕਈ ਕੀੜੀਆਂ ਛੋਟੀਆਂ ਰਹਿ ਗਈਆਂ ਤੇ ਕਈ ਕੀੜੀਆਂ ਮੋਟੀਆਂ ਤੇ ਕਈਆਂ ਨੂੰ ਪੰਖ ਲੱਗ ਗਏ। ਇਹ ਉਹੀ ਕੀੜੀਆਂ ਹੁੰਦੀਆਂ ਨੇ ਪਿਆਰਿਓ, ਜਦੋਂ ਬਾਰਿਸ਼ ਦਾ ਸਮਾਂ ਹੁੰਦਾ ਹੈ ਤੇ ਉਹ ਬਾਹਰ ਨਿਕਲਦੀਆਂ ਨੇ, ਉੱਡਦੀਆਂ ਨੇ ਤੇ ਲਾਈਟ ਵੱਲ ਆਉਂਦੀਆਂ ਨੇ। ਅਸੀਂ ਜਾਣਦੇ ਹਾਂ ਲਾਈਟ ਕੋਈ ਹੋਰ ਨਹੀਂ, ਸਾਡਾ ਪ੍ਰਭੂ ਯਿਸੂ ਮਸੀਹ ਹੈ। ਆਮੀਨ। ਹਾਲੇਲੂਇਆ, ਹਾਲੇਲੂਇਆ। 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 ਇਹ ਉੱਡਣਾ ਕੁਝ ਹੋਰ ਨਹੀਂ, ਉੱਡਣਾ ਰੈਪਚਰ ਵਿੱਚ ਜਾਣਾ ਹੈ। ਆਮੀਨ। ਇਸ ਲਈ ਪਿਆਰਿਓ, ਕੀੜੀ ਕੋਲੋਂ ਸਿੱਖ ਉਹ ਰੁੱਤ ਦੇ ਸਮੇਂ ਆਪਣੇ ਅਨਾਜ ਨੂੰ ਇਕੱਠਾ ਕਰਦੀ ਹੈ। ਇਸ ਲਈ ਹਿਜ਼ਕੀਏਲ ਨੂੰ ਕੀ ਕਿਹਾ ਗਿਆ? ਇਹ ਪੋਥੀ ਨੂੰ ਲੈ ਲੈ ਤੇ ਇਹਨੂੰ ਖਾ ਲਾ, ਆਪਣੇ ਅੰਦਰ ਇਹਨੂੰ ਜਮਾ ਕਰ ਲੈ। ਆਓ ਵਾਪਸ ਚਲੀਏ 88। ਹੁਣ ਸ੍ਰਿਸ਼ਟੀ ਦਾ ਕੁਝ ਗੁੰਮ ਹੋ ਗਿਆ ਹੈ, ਹੁਣ ਸ੍ਰਿਸ਼ਟੀ ਦਾ ਕੁਝ ਗੁੰਮ ਹੋ ਗਿਆ ਹੈ। ਪੜ੍ਹੀਏ। ਅਤੇ ਹੋਕੇ ਪਰ ਰਹੀ ਹੈ, ਇਹ ਹੋਕੇ ਪਰ ਰਹੀ ਹੈ ਅਤੇ ਵਾਪਸ ਪਰਤਣ ਦਾ ਯਤਨ ਕਰ ਰਹੀ ਹੈ। ਇਹ ਵਾਪਸ ਅਸਲੀ ਸਥਾਨ ਉੱਤੇ ਪਰਤਣ ਦਾ ਯਤਨ ਕਰ ਰਹੀ ਹੈ। ਆਪਣੀ ਮੂਲ ਅਵਸਥਾ ਵਿੱਚ ਆਉਣ ਦਾ ਯਤਨ ਕਰ ਰਹੀ ਹੈ। ਇਹ ਆਪਣੀ ਮੂਲ ਅਵਸਥਾ ਵਿੱਚ ਨਹੀਂ ਹੈ, ਇਹ ਆਪਣੀ ਮੂਲ ਅਵਸਥਾ ਵਿੱਚ ਆਉਣ ਦਾ ਯਤਨ ਕਰ ਰਹੀ ਹੈ। ਪੜ੍ਹੀਏ 99। ਜੀ। ਕੀ ਤੁਸੀਂ ਕਲਪਨਾ ਕਰਦੇ ਹੋ? 90 ਪੜ੍ਹ ਦੋ, ਸ਼ਾਰਟ ਵਿੱਚ ਕਰ ਦਿੰਨੇ ਆ। ਇਹੀ ਕਾਰਨ ਹੈ ਇਹੀ ਕਾਰਨ ਹੈ ਕਿ ਮਨੁੱਖ ਬਿਮਾਰੀ, ਦਰਦ ਅਤੇ ਪੀੜਾ ਨਾਲ ਘਿਰਦਾ ਹੈ ਤੇ ਪੀੜਾਂ ਦੇ ਨਾਲ ਘਿਰਿਆ ਹੋਇਆ ਹੈ।
ਹਾਂਜੀ, ਇੱਕ ਸਮੇਂ ਉਹ ਇਸ ਤਰ੍ਹਾਂ ਨਹੀਂ ਸੀ। ਇੱਕ ਸਮਾਂ ਉਹ ਏਦਾਂ ਨਹੀਂ ਸੀ। ਇਹ ਬਿਮਾਰ ਨਹੀਂ ਸੀ, ਬਿਮਾਰੀਆਂ ਦੇ ਵਿੱਚ ਨਹੀਂ ਸੀ। ਹਾਂਜੀ, ਪਰ ਉਹ ਹੋ ਕੇ ਪਾ ਰਹੇ ਹਨ। ਪਰ ਹੁਣ ਉਹ ਬਿਮਾਰੀਆਂ ਦੇ ਵਿੱਚ ਹੋ ਕੇ ਪਾ ਰਹੇ ਹਨ। ਕੋਈ ਸਮਾਂ ਸੀ ਜਦੋਂ ਬਿਮਾਰੀਆਂ ਨਹੀਂ ਸਨ। ਅਦਨ ਬਾਗ ਦੇ ਵਿੱਚ ਆਦਮ ਤੇ ਹਵਾ ਰਹਿੰਦੇ ਸਨ, ਰਾਜੇ ਸਨ, ਪਰ ਉੱਥੇ ਕੋਈ ਵੀ ਬਿਮਾਰੀ ਨਹੀਂ ਸੀ। ਜਦੋਂ ਆਦਮ ਤੇ ਹਵਾ ਡਿੱਗ ਗਏ, ਪਾਪ ਆ ਗਿਆ ਤੇ ਪਾਪ ਦੇ ਨਾਲ ਬਿਮਾਰੀ ਆ ਗਈ, ਮੌਤ ਆ ਗਈ, ਖੁਦਾ ਤੋਂ ਜੁਦਾਈ ਆ ਗਈ। ਤੇ ਜਦੋਂ ਬਿਮਾਰੀਆਂ ਆ ਗਈਆਂ ਤੇ ਲੋਕ ਹੌਕਿਆਂ 'ਚ ਚਲੇ ਗਏ। ਕਿਵੇਂ ਬਿਮਾਰੀ ਤੋਂ ਛੁਟਕਾਰਾ ਪਾਇਆ ਜਾਏ, ਕਿਵੇਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾਏ। ਅੱਛਾ, ਹੌਕਿਆਂ ਦੀ ਗੱਲ ਕਰ। ਇੱਕ ਵੀਡੀਓ ਆਈ ਹੈ ਦਿੱਲੀ ਦੇ ਹਸਪੀਟਲ ਦੀ, ਸ਼ਾਇਦ ਕਈਆਂ ਨੇ ਦੇਖੀ ਹੋਵੇਗੀ। ਐਦਾਂ ਦਾ ਚੀਓ ਵਾਟ ਪਿਆ ਹੋਇਆ, ਉਹ ਕੋਈ ਆਕਸੀਜਨ ਦੇ ਦਿਓ। ਦਿੱਲੀ 'ਚ ਆਕਸੀਜਨ ਨਹੀਂ ਮਿਲਦੀ, ਕੋਈ ਆਕਸੀਜਨ ਦੇ ਦਿਓ। ਤੇ ਜਿਹੜੀ ਆਕਸੀਜਨ ਖੁਦਾ ਵੱਲੋਂ ਦਿੱਤੀ ਹੈ, ਮਿਲ ਰਹੀ ਹੈ, ਇਹਦੇ ਲਈ ਕੋਈ ਉਹਦਾ ਧੰਨਵਾਦ ਨਹੀਂ ਕਰਦਾ। ਹਾਂਜੀ, ਸਮਝ ਆ ਰਹੀ ਹੈ? ਆਮੀਨ। ਹੁਣ ਆਕਸੀਜਨ ਦੀ ਜ਼ਰੂਰਤ ਹੈ। ਹੁਣ ਖੁਦਾ ਵੱਲੋਂ ਦਿੱਤੀ ਹੋਈ ਆਕਸੀਜਨ ਦੇ ਉੱਪਰ ਅਟੈਕ ਹੋ ਗਿਆ। ਹੁਣ ਉਹ ਉਹਨਾਂ ਨੂੰ ਮਿਲ ਨਹੀਂ ਰਹੀ। ਹੁਣ ਇੱਕ ਧਰਤੀ ਵਾਲੀ ਸੰਸਾਰਿਕ ਆਕਸੀਜਨ ਦੀ ਉਹਨਾਂ ਨੂੰ ਜ਼ਰੂਰਤ ਪਈ, ਮਿਲ ਨਹੀਂ ਰਹੀ। ਧਿਆਨ ਦਿਓ। ਔਰ ਪੂਰੇ ਹਸਪੀਟਲ ਵਿੱਚ ਬਿਮਾਰ ਤੇ ਬਿਮਾਰਾਂ ਦੇ ਵਾਰਿਸ ਹੌਕਿਆਂ 'ਚ ਚਲੇ ਗਏ। ਕਿੱਥੋਂ ਲੈ ਕੇ ਆਈਏ? ਮਤਲਬ ਕਿ ਕੁਛ ਗਵਾਚ ਗਿਆ। ਕੀ ਗਵਾਚ ਗਿਆ? ਆਕਸੀਜਨ ਗਵਾਚ ਗਈ। ਉਹ ਸਮਾਂ ਸੀ ਜਦੋਂ ਕੋਈ ਬਿਮਾਰ ਨਹੀਂ ਸੀ। ਫਿਰ ਪੜ੍ਹੀਏ ਇੱਕ ਵਾਰ। ਇਹੀ ਕਾਰਨ ਹੈ। ਹਾਂਜੀ, ਇਹੀ ਕਾਰਨ ਹੈ ਕਿ ਮਨੁੱਖ ਬਿਮਾਰੀ ਦਰਦ ਅਤੇ ਪੀੜਾ ਨਾਲ ਅਤੇ ਪੀੜਾ ਨਾਲ ਘਿਰਦਾ ਹੈ। ਘਿਰਦਾ ਹੈ। ਇੱਕ ਸਮੇਂ ਉਹ ਇਸ ਤਰ੍ਹਾਂ ਨਹੀਂ ਸੀ। ਇੱਕ ਸਮਾਂ ਉਹ ਏਦਾਂ ਨਹੀਂ ਸੀ, ਪਰੰਤੂ ਉਹ ਹੌਕੇ ਭਰ ਰਹੇ ਹਨ। ਉਹ ਹੌਕੇ ਭਰ ਰਹੇ ਹਨ। ਕਿਉਂ? ਉਹ ਠੀਕ ਨਹੀਂ ਹਨ। ਉਹ ਠੀਕ ਨਹੀਂ ਹਨ। ਕਿਤਰੇ ਕੁਝ ਗੜਬੜ ਹੈ। ਕਿਤਰੇ ਕੁਛ ਗੜਬੜ ਹੈ। ਪੜ੍ਹੀਏ। ਅਤੇ ਉਹ ਹੌਕੇ ਭਰ ਰਹੇ ਹਨ। ਹਾਂਜੀ, ਉਹ ਉੱਥੇ ਆਉਣ ਦਾ ਯਤਨ ਕਰ ਰਹੇ ਹਨ। ਉਹ ਆਪਣੀ ਅਸਲੀ ਅਵਸਥਾ ਵਿੱਚ ਆਉਣ ਦਾ ਯਤਨ ਕਰ ਰਹੇ ਹਨ, ਜਿੱਥੇ ਉਹ ਤੰਦਰੁਸਤ ਹਨ। ਜਿੱਥੇ ਉਹ ਤੰਦਰੁਸਤ ਹਨ। ਅਤੇ ਸ੍ਰਿਸ਼ਟੀ ਅਤੇ ਲੋਕ ਜਿਵੇਂ ਕਿ ਬਾਈਬਲ ਨੇ ਆਖਿਆ ਹੈ, ਉਹ ਹੌਕੇ ਭਰ ਰਹੇ ਹਨ। ਹੌਕੇ ਪੜ ਰਹੇ ਹਨ। ਤਾਂ ਇਹ ਇਸ ਚੀਜ਼ ਨੂੰ ਪ੍ਰਗਟ ਕਰਦਾ ਹੈ ਹਾਂਜੀ, ਕਿ ਉਹ ਆਪਣੀ ਉਸ ਅਵਸਥਾ ਵਿੱਚ ਨਹੀਂ ਹਨ। ਇਹ ਹੌਕੇ ਭਰਨੇ ਇਹਨੂੰ ਬਿਆਨ ਕਰਦਾ ਹੈ ਕਿ ਉਹ ਅਸਲੀ ਸਥਾਨ ਦੇ ਉੱਤੇ ਨਹੀਂ ਹਨ। ਕਿਧਰੇ ਕੁਛ ਹੈ ਜੋ ਗਵਾਚ ਗਿਆ ਹੈ। ਪੜ੍ਹੀਏ। ਉਹ ਆਪਣੀ ਉਸ ਅਵਸਥਾ ਵਿੱਚ ਨਹੀਂ ਹਨ, ਹਾਂਜੀ, ਜਿਸ ਵਿੱਚ ਉਹਨਾਂ ਨੂੰ ਹੋਣਾ ਚਾਹੀਦਾ ਹੈ। ਹਾਂਜੀ, ਉਹ ਕਿਤਿਓਂ ਡਿੱਗ ਪਏ ਹਨ। ਉਹ ਕਿਤਿਓਂ ਡਿੱਗ ਪਏ ਹਨ। ਹੁਣ ਅਸੀਂ ਇਹ ਨਹੀਂ ਚਾਹੁੰਦੇ ਹਾਂ ਕਿ ਕੋਈ ਸਾਡੇ ਲਈ ਇਸ ਦੀ ਵਿਆਖਿਆ ਕਰੇ, ਕਿਉਂਕਿ ਅਸਲ ਵਿੱਚ ਅਸੀਂ ਜਾਣਦੇ ਹਾਂ ਜੀ ਕਿ ਇਹ ਅਨੰਤ ਜੀਵਨ ਸੀ ਜਿੱਥੋਂ ਆਦਮੀ ਡਿੱਗ ਗਿਆ। ਕਿੱਥੋਂ ਡਿੱਗ ਗਿਆ? ਅਨੰਤ ਜੀਵਨ ਤੋਂ। ਅਨੰਤ ਜੀਵਨ ਤੋਂ ਡਿੱਗ ਗਿਆ। ਤੇ ਕੀ ਗਵਾਚ ਗਿਆ? ਸਾਡਾ ਅਨੰਤ ਜੀਵਨ। ਸਮਝ ਆ ਰਹੀ ਹੈ? ਆਮੀਨ। ਅਨੰਤ ਜੀਵਨ ਗਵਾਚ ਗਿਆ। ਇਸ ਲਈ ਆਦਮੀ ਮਰਨ ਵਾਲਾ ਨਹੀਂ ਸੀ। ਖੁਦਾ ਨੇ ਮਰਨ ਵਾਸਤੇ ਇਨਸਾਨ ਨੂੰ ਬਣਾਇਆ ਹੀ ਨਹੀਂ। ਇਸ ਕਰਕੇ ਜਦੋਂ ਮੌਤ ਨੇੜੇ ਆਉਣ ਲੱਗਦੀ ਹੈ ਤੇ ਆਦਮੀ ਹੌਕੇ ਭਰਨ ਲੱਗ ਜਾਂਦਾ ਹੈ। ਕੀ ਗਵਾਚ ਗਿਆ? ਉਹ ਮਰਨਾ ਨਹੀਂ ਚਾਹੁੰਦਾ, ਸਦਾ ਸਦਾ ਜਿਉਂਦਾ ਰਹਿਣਾ ਚਾਹੁੰਦਾ ਆ। ਅਨੰਤ ਜੀਵਨ ਤੱਕ ਜਿਉਂਦਾ ਰਹਿਣਾ ਚਾਹੁੰਦਾ ਆ। ਮੇਰੀਓ ਭੈਣੋ, ਮੇਰੇ ਭਰਾਓ, ਜੇ ਅਨੰਤ ਜੀਵਨ ਚਾਹੀਦਾ ਹੈ ਤੇ ਉਹ ਸਿਰਫ ਉਹਦੇ ਵਚਨ ਦੇ ਵਿੱਚ ਹੈ। ਆਮੀਨ। ਆਓ ਉਹਦੇ ਵਚਨ ਦੇ ਨਾਲ ਵਚਨ ਬਣ ਜਾਈਏ। ਭਾਵੇਂ ਔਖੇ ਹੋਈਏ ਤੇ ਭਾਵੇਂ ਸੌਖੇ ਹੋਈਏ, ਉਹਦੇ ਹਰ ਇੱਕ ਵਚਨ ਨੂੰ ਪੂਰਾ ਕਰੀਏ। ਇੱਕ ਦਿਨ ਰੋਣਾ ਪਏਗਾ ਜਾਂ ਇੱਕ ਦਿਨ ਪਛਤਾਉਣਾ ਪਏਗਾ। ਆਪਣੀਆਂ ਹੀ ਨਗੇਲੀਆਂ ਸਾਡੇ ਸਾਹਮਣੇ ਆ ਜਾਣਗੀਆਂ, ਸਾਡੀਆਂ ਆਪਣੀਆਂ ਕਮਜ਼ੋਰੀਆਂ ਸਾਡੇ ਸਾਹਮਣੇ ਆ ਜਾਣਗੀਆਂ। ਨਬੀ ਨੇ ਆਖਿਆ, ਤੁਹਾਡੇ ਆਪਣੇ ਬੋਲੇ ਹੋਏ ਬੋਲ ਆਮੀਨ। ਤੁਹਾਨੂੰ ਇੱਕ ਦਿਨ ਫੜ ਲੈਣਗੇ। ਆਮੀਨ। ਆਮੀਨ ਜੀ, ਵਚਨ ਦੇ ਵਿਰੋਧ ਵਿੱਚ ਕੀਤੇ ਹੋਏ ਵਿਚਾਰ ਇੱਕ ਦਿਨ ਫੜ ਲੈਣਗੇ। ਵਚਨ ਦੇ ਵਿਰੋਧ ਬੋਲੇ ਹੋਏ ਸ਼ਬਦ ਇੱਕ ਦਿਨ ਫੜ ਲੈਣਗੇ। ਕੀਤੇ ਹੋਏ ਸ਼ੱਕ ਵਚਨ ਦੇ ਉੱਤੇ ਇੱਕ ਦਿਨ ਫੜ ਲੈਣਗੇ।
ਜੀ ਖੁਦਾ ਦੀ ਇੱਛਾ ਹੋਈ ਇਹਦੇ ਉੱਪਰ ਕਦੇ ਮੈਂ ਬੋਲਾਂਗਾ। ਸਾਡੇ ਮੂੰਹ ਦੇ ਬੋਲੇ ਹੋਏ ਸ਼ਬਦ ਜਾਂ ਤੇ ਸਾਨੂੰ ਦੋਸ਼ੀ ਠਹਿਰਾਉਣਗੇ ਤੇ ਜਾਂ ਫਿਰ ਸਾਨੂੰ ਪਰ ਕਰਨਗੇ। ਹਾਂਜੀ ਪੜ੍ਹੀਏ ਅੱਗੇ। ਕਿਉਂਕਿ ਅਸਲ ਵਿੱਚ ਅਸੀਂ ਜਾਣਦੇ ਹਾਂ ਕਿ ਅਨੰਤ ਜੀਵਨ ਸੀ ਹਾਂਜੀ ਜਿੱਥੋਂ ਉਹ ਡਿੱਗ ਪਏ ਹਨ। ਪੜ੍ਹੀਏ। ਅਤੇ ਉਹਨਾਂ ਨੇ ਅਨੰਤ ਜੀਵਨ ਤੋਂ ਆਪਣੇ ਅਧਿਕਾਰਾਂ ਨੂੰ ਗਵਾ ਲਿਆ। ਆਪਣੇ ਅਧਿਕਾਰਾਂ ਨੂੰ ਗਵਾ ਲਿਆ। ਆਦਮ ਤੇ ਹਵਾ, ਜੋ ਕਿ ਫਿਰ ਕਵਾਂਗੇ ਸਾਡੇ ਦਾਦਿਆਂ ਪੜਦਾਦਿਆਂ ਤੋਂ ਵੀ ਅੱਗੇ ਸਾਡੇ ਮਾਂ-ਬਾਪ ਸੀਗੇ। ਹਾਂਜੀ ਸਮਝ ਆ ਰਹੀ ਹੈ। ਤੇ ਕੀ ਸੀਗੇ ਉਹ? ਰਾਜੇ। ਤੇ ਫਿਰ ਅਸੀਂ ਕੀ ਸੀਗੇ? ਰਾਜੇ। ਤੇ ਅਸੀਂ ਉਸ ਰਾਜੇ ਵਾਲੀ ਅਵਸਥਾ ਤੋਂ ਡਿੱਗ ਚੁੱਕੇ। ਉਹਨਾਂ ਦੇ ਕੋਲ ਕੀ ਸੀ? ਅਨੰਤ ਜੀਵਨ। ਤੇ ਉਹ ਅਨੰਤ ਜੀਵਨ ਤੋਂ ਡਿੱਗ ਗਏ ਤੇ ਅਸੀਂ ਅਨੰਤ ਜੀਵਨ ਤੋਂ ਡਿੱਗੇ ਹੋਏ ਹਾਂ। ਸਾਡਾ ਅਨੰਤ ਜੀਵਨ ਕਿਤੇ ਸਦਾ ਸਦਾ ਜਿਉਂਦੇ ਰਹਿਣਾ ਕਿਤੇ ਗਵਾਚ ਗਿਆ। ਧੰਨਵਾਦ, ਸਾਨੂੰ ਲੱਭ ਗਿਆ ਹੈ। ਆਮੀਨ। ਅਸੀਂ ਉਹਨੂੰ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ। ਆਮੀਨ। ਹਾਲੇਲੂਇਆ, ਹਾਲੇਲੂਇਆ। ਜਿਵੇਂ ਇੱਕ ਪ੍ਰਚਾਰਕ ਦੇ ਪ੍ਰਚਾਰ ਕਰਨ ਦੇ ਦੁਆਰਾ ਉਹਨੇ ਗਵਾ ਲਿਆ, ਅੱਜ ਕਿਸੇ ਪ੍ਰਚਾਰਕ ਦੇ ਪ੍ਰਚਾਰ ਕਰਨ ਦੇ ਦੁਆਰਾ ਅਸੀਂ ਉਹਨੂੰ ਪਾ ਲਿਆ। ਆਮੀਨ। ਆਮੀਨ, ਹਾਲੇਲੂਇਆ। ਹਾਂਜੀ 91 ਪੜ੍ਹ ਰਹੇ ਹੋ? ਹਾਂਜੀ ਜੀ ਪੜ੍ਹੀਏ। ਅਤੇ ਉਹ ਅਨੰਤ ਜੀਵਨ ਤੋਂ ਆਪਣੇ ਅਧਿਕਾਰਾਂ ਨੂੰ ਗਵਾ ਲਿਆ। ਹਾਂਜੀ। ਅਤੇ ਆਦਮ ਅਤੇ ਹਵਾ ਦੇ ਡਿੱਗਣ ਦੇ ਰਾਹੀਂ ਜੋ ਕਿ ਏਦਨ ਬਾਗ ਵਿੱਚ ਅਨੰਤ ਜੀਵਨ ਤੋਂ ਮੌਤ ਵਿੱਚ ਡਿੱਗ ਪਏ ਹਨ ਜੀ, ਉਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਅਧੀਨ ਮੌਤ ਦੇ ਥੱਲੇ ਲੈ ਆਏ। ਉਹ ਸਾਰੀ ਸ੍ਰਿਸ਼ਟੀ ਨੂੰ ਕਿੱਥੇ ਲੈ ਆਏ ਪਈ? ਮੌਤ ਦੇ ਅਧੀਨ ਲੈ ਆਏ। ਤੇ ਸਾਰੀ ਸ੍ਰਿਸ਼ਟੀ ਕਿੱਥੇ ਚਲੇ ਗਈ? ਮੌਤ ਦੇ ਕਾਰਨ ਹੌਕਿਆਂ 'ਚ ਚਲੀ ਗਈ। ਆਮੀਨ। 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 ਕਿੱਥੇ ਚਲੇ ਗਈ? ਮੌਤ ਦੇ ਕਾਰਨ ਹੌਕਿਆਂ ਦੇ ਹੌਕਿਆਂ ਦੇ ਵਿੱਚ। ਕੀ ਲੱਭਣ ਵਾਸਤੇ? ਅਨੰਤ ਜੀਵਨ। ਆਮੀਨ। ਅੱਜ ਵੀ ਕਿਤੇ ਨਾ ਕਿਤੇ ਅਨੰਤ ਜੀਵਨ ਹੈ। ਪੜ੍ਹੀਏ ਪੜ੍ਹੀਏ। ਆਦਮ ਤੋਂ ਪਹਿਲਾਂ ਰੁੱਖ ਕਦੇ ਨਹੀਂ ਮਰਦਾ ਸੀ। ਆਦਮ ਤੋਂ ਪਹਿਲਾਂ ਰੁੱਖ ਕਦੇ ਨਹੀਂ ਸੀ ਮਰਦਾ। ਜਾਨਵਰ ਆਦਮ ਤੋਂ ਪਹਿਲਾਂ ਨਹੀਂ ਮਰਦਾ ਸੀ। ਜਾਨਵਰ ਆਦਮ ਤੋਂ ਪਹਿਲਾਂ ਨਹੀਂ ਸੀ ਮਰਦਾ। ਅਤੇ ਸਿਰਫ ਇੱਕ ਹੀ ਚੀਜ਼ ਹੈ, ਬਸ ਇੱਕ ਹੀ ਚੀਜ਼ ਹੈ ਜੋ ਮਰ ਨਹੀਂ ਸਕਦੀ, ਜੋ ਮਰ ਨਹੀਂ ਸਕਦੀ, ਉਹ ਹੈ ਖੁਦਾ। ਉਹ ਹੈ ਖੁਦਾ। ਕਿਉਂਕਿ ਉਹ ਅਨੰਤ ਹੈ। ਉਹ ਅਨੰਤ ਹੈ। ਅਤੇ ਆਪਣੇ ਆਪ ਨੂੰ ਮੌਤ ਤੋਂ ਹਮੇਸ਼ਾ ਦੇ ਲਈ ਬਚਾਉਣ ਦਾ ਸਿਰਫ ਇੱਕ ਹੀ ਢੰਗ ਹੈ ਜੀ ਕਿ ਸਾਡੇ ਵਿੱਚ ਅਨੰਤ ਜੀਵਨ ਹੋਵੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਮੌਤ ਤੋਂ ਬਚਣ ਦੇ ਲਈ ਇੱਕੋ ਹੀ ਇੱਕ ਚੀਜ਼ ਦੀ ਜ਼ਰੂਰਤ ਹੈ ਕਿ ਸਾਡੇ ਕੋਲੋਂ ਅਨੰਤ ਜੀਵਨ ਹੋਵੇ। ਅਨੰਤ ਜੀਵਨ ਹੋਵੇ। ਕੀ ਗਵਾਚ ਗਿਆ ਸੀ? ਅਨੰਤ ਜੀਵਨ। ਜੀਵਨ। ਹਾਂਜੀ ਪੜ੍ਹੀਏ। 92 ਕੰਪਲੀਟ ਕਰ ਦਈਏ। ਆਪਣੇ ਆਪ ਨੂੰ ਮੌਤ ਤੋਂ ਹਮੇਸ਼ਾ ਦੇ ਲਈ ਬਚਾਉਣ ਦਾ ਸਿਰਫ ਇੱਕੋ ਹੀ ਢੰਗ ਹੈ ਹਾਂਜੀ ਕਿ ਸਾਡੇ ਵਿੱਚ ਅਨੰਤ ਜੀਵਨ ਹੋਵੇ। ਜੀ। ਅਸੀਂ ਖੁਦਾ ਦੇ ਧੀਆਂ ਪੁੱਤਰ ਬਣ ਜਾਈਏ। ਆਮੀਨ। ਛੇਵੀਂ ਮੋਰ 352 ਪੜ੍ਹ ਦਈਏ। ਮੈਂ ਜਲਦੀ ਫ੍ਰੀ ਕਰਨ ਵਾਲਾ ਹਾਂ ਤੁਹਾਨੂੰ, ਇਸੇ ਲਈ ਮੈਂ ਜ਼ਿਆਦਾ ਬੋਲ ਨਹੀਂ ਰਿਹਾ। ਮੈਂ ਚਾਹੁੰਦਾ ਹਾਂ ਕਿ ਨਬੀ ਦੇ ਹਵਾਲੇ ਜਿਹੜੇ ਨੇ ਉਹੀ ਪੜ੍ਹੇ ਜਾਣ ਤੇ ਕੰਪਲੀਟ ਹੋ ਜਾਵੇ। ਜੀ 6ਵੀਂ ਮੋਰ 352। ਸੰਸਾਰ ਸ੍ਰਿਸ਼ਟੀ, ਸਾਰਾ ਹੀ ਸੰਸਾਰ ਜਨੇਪੇ ਦੀਆਂ ਪੀੜਾਂ ਵਿੱਚ ਹੈ। ਜਨੇਪੇ ਦੀਆਂ ਪੀੜਾਂ ਵਿੱਚ ਹੈ। ਧਿਆਨ ਨਾਲ ਸੁਣਿਓ। ਪੂਰਾ ਸੰਸਾਰ ਪੀੜਾਂ 'ਚ ਚਲਾ ਗਿਆ ਕਿ ਨਹੀਂ? ਕੀ ਪੂਰਾ ਸੰਸਾਰ ਹੌਕਿਆਂ 'ਚ ਚਲਾ ਗਿਆ ਕਿ ਨਹੀਂ? ਕੀ ਪੂਰੀ ਦੁਨੀਆ ਹੌਕਿਆਂ 'ਚ ਚਲੀ ਗਈ? ਕਿਸੇ ਨੇ ਗੱਲ ਕੀਤੀ ਭਾਈ ਕਰੋਨਾ ਤੋਂ ਤੇ ਸਾਰੀ ਦੁਨੀਆ ਰਾਹਤ ਪਾ ਗਈ ਸੀ, ਕਰੋਨਾ ਫੇਰ ਆ ਗਿਆ। ਤੇ ਮੈਂ ਗੱਲ ਕਰਦਾ ਸੀਗਾ ਭਾਈ ਅਜੇ ਖੁਦਾ ਦਾ ਮਕਸਦ ਪੂਰਾ ਨਹੀਂ ਹੋਇਆ। ਜਿਸ ਕੰਮ ਲਈ ਖੁਦਾ ਨੇ ਇਹਨੂੰ ਅਨੁਮਤੀ ਦਿੱਤੀ, ਹਾਂਜੀ ਸਮਝ ਆ ਰਹੀ ਹੈ? ਜਿਸ ਕੰਮ ਲਈ ਖੁਦਾ ਨੇ ਭੇਜਿਆ ਜੇ ਉਹ ਪੂਰਾ ਨਹੀਂ ਹੋਇਆ। ਖੁਦਾ ਦੇ ਮੂੰਹ ਚੋਂ ਨਿਕਲਿਆ ਹੋਇਆ ਵਚਨ ਕਦੇ ਵਿਅਰਥ ਨਹੀਂ ਆਉਂਦਾ। ਮੁੜ ਕੇ ਜਿਸ ਮਕਸਦ ਲਈ ਭੇਜਿਆ ਜਾਂਦਾ ਹੈ ਉਹ ਮਕਸਦ ਪੂਰਾ ਕਰੇਗਾ। ਹਾਲੇਲੂਇਆ। ਹਾਲੇਲੂਇਆ। ਖੁਦਾ ਨੇ ਜਿਸ ਮਕਸਦ ਲਈ ਮੈਨੂੰ ਭੇਜਿਆ ਹੈ, ਜਦ ਤੱਕ ਮੇਰਾ ਉਹ ਮਕਸਦ ਪੂਰਾ ਨਾ ਹੋਵੇ, ਖੁਦਾ ਮੈਨੂੰ ਉਸ ਮਕਸਦ ਦੇ ਵਿੱਚ, ਉਸ ਕੰਮ ਦੇ ਵਿੱਚ ਲਗਾਈ ਰੱਖੇਗਾ। ਹਾਲੇਲੂਇਆ। ਹਾਲੇਲੂਇਆ। ਆਮੀਨ। ਅਜੇ ਖੁਦਾ ਦਾ ਮਕਸਦ ਪੂਰਾ
नहीं होया। जब खुदा का मकसद पूरा हो जाएगा तो मैं तुहानू दसदा हाँ कि खुदा का मकसद की है। खुदा का मकसद पूरी दुनिया नू आर्थिक मंदी विच लैके जाना है। आमीन। जे ये मंदी विच लैके नहीं जाएगा तो फिर किहड़ी अवस्था आएगी तक दुनिया आर्थिक मंदी विच चली जाएगी। इस युग के नबी ने आख्या है पूरी दुनिया आर्थिक मंदी च चली जाएगी। बाइबल च लिखा है पूरी दुनिया के राजे एक हो जाएंगे। बाइबल बयान करती है जदों पूरी दुनिया के राजे एक हो जान तो नबी ने कहा एक इस करके हो जान ताकि उन्होंने मैं नाश कर देवां। हाँ प्यारिओ इनू ही कहते हैं। बाइबल च लिखा सारे राजे एक हो जाएंगे। नबी ने आख्या वन वर्ल्ड गवर्नमेंट। आमीन। वन वर्ल्ड गवर्नमेंट पूरे राजे एक दूजे नाल की हो जाएंगे भाई सहमत हो जाएंगे तां जाके एकता संदेश पढ़ियो। नबी ने आख्या संसार एकता कर रहा है। जथेबंदियां मिशन जथेबंदियां एका कर रही हैं ते ब्राइड भी किते ना किते वचन नाल एका कर रही है। आमीन। हालेलुया हालेलुया हालेलुया। हालेलुया। किते संसार दा एका हो रहा है किते दुल्हन दा वचन नाल एका हो रहा है सहमति हो रही है। जी प्यारियो हाँ जी पढ़िए सारी सृष्टि जनेपे दियां पीड़ां विच है। जशाया ने कहा सी जदों कोई औरत जनेपे दियां पीड़ां विच जांदी है वो किसी पुत्र नूं प्रगट करने वाली है। किन्ने आमीन आखदे? आमीन। हालेलुया। किसी पुत्र नूं पैदा करने वाली है। अज जे सृष्टि जनेपे दियां पीड़ां विच चली गई बाइबल बयान करती है नबी बयान करता है और ये साढ़े सामने अज सीरियल है कि दुनिया पीड़ा च चली गई। जिन्ना जड़े बीमार हो गए वो पीड़ा में जा चुके हैं। जड़े बीमार नहीं हुए वो पीड़ा च नहीं है वो भी पीड़ा में ने किते असी भी उसकी लपेट में ना आ जाइए। वो डरते ने वो डरते हुए डरे हुए वो सैनिटाइजर इस्तेमाल करते हैं। वो डरे हुए कई बार अपने घरों के विच स्प्रेवा करते हैं हौकियां च चले गए ताकि किते बाबा साडे घर विच भी इंटर ना हो जाए साडे परिवार दे विच इंटर ना हो जाए। पूरी दुनिया पीड़ा च चले गए। पढ़िए पढ़िए की लिखिया। जशाया ने कहा सी हाँ जी सृष्टि जतन कर रही है और जनन दियां पीड़ा दे नाल होके पा रही है। ओ सृष्टि जनन दियां पीड़ा दे करके होके पा रही है। पढ़िए ओ उस विच हाँ ओ 1000 साल दे राज लई धरती नवी धरती नु जन्म देन लई होके पा रही है। हाँ जी उन्हां लोकां लई ਜਿਹੜੇ ਪਾਪ नहीं करनगे नवी धरती नु जन्म देन लई जतन कर रही है। जी प्यारिओ अज असी होके पा रहे हाँ। मैं तुहानू दसांगा कि पौलस कहंदा असी भी जिन्हां नू आत्मा दा पहला फल मिलिया असी भी की पा रहे हैं भाई होके पा। असी क्यों होके पा रहे हैं मैं तुहानू इत्थे दसन दी कोशिश करांगा लास्ट विच जदों असी उधर नू चलदे हां। हाँ जी पढ़िए ਉਹ ਜਨਨ ਦੀਆਂ ਪੀੜਾਵਾਂ ਨਾਲ ਤੜਫ ਰਹੀ ਹੈ। ਜਨਨ ਦੀਆਂ ਪੀੜਾਂ ਦੇ ਨਾਲ ਤੜਫ ਰਹੀ ਹੈ। ਸੰਸਾਰ ਅੱਜ ਤੜਫਣ ਦੇ ਵਿੱਚ ਹੈ। ਕਿਉਂ? ਕਿਉਂਕਿ ਸ੍ਰਿਸ਼ਟੀ ਦੇ ਵਿੱਚੋਂ ਖੁਦਾ ਦੇ ਪੁੱਤਰ ਪ੍ਰਗਟ ਹੋਣੇ ਨੇ। ਇਹ ਸ੍ਰਿਸ਼ਟੀ ਨੇ ਹੌਕਿਆਂ ਵਿੱਚ ਜਾ ਕੇ ਤੇ ਖੁਦਾ ਦੇ ਪੁੱਤਰਾਂ ਨੂੰ ਜਨਮ ਦੇਣਾ ਆ। ਖੁਦਾ ਦੇ ਪੁੱਤਰ ਅੱਜ ਕਿਤੇ ਸੰਸਾਰ ਵਿੱਚ ਛੁਪੇ ਹੋਏ ਨੇ। एक दिन प्रगट हो जाएंगे। जब प्रगट हो जाते ने तो फिर यहोवा इंज फरमाने वाला वचन बोलणगे। प्यारिओ क्यों नहीं अज दसते? बच्चा मां दे पेट के अंदर है जब तक मां दे पेट तो बाहर नहीं आएगा दिसेगा नहीं। अज खुदा दे पुत्र संसार विच ने ये सृष्टि के अंदर ने छुपे हुए ने पर सृष्टि एक दिन इन्हां नूं होके पा रही है कि खुदा दे पुत्र प्रगट होना। हालेलुया। ठीक राजे इस धरती उत्ते आउण ते ठीक राजे खुदा दे पुत्र ही हन खुदा दियां धीआं हन। हालेलुया हालेलुया। ओही आदम हवा वो ठीक राजे सीगे पर शैतान दी चुगल विद्या दे कारण डिग गए। समझ आ रही है भाई? आमीन। हालेलुया। एहो जेड़े आदम हवा खुदा ने राजा बनाया सी ना
ਰਾਜਾ ਤੇ ਰਾਣੀ ਇਦਾਂ ਦੀ ਹੀ ਰਾਜੇ ਤੇ ਰਾਣੀ ਇਹ ਸ੍ਰਿਸ਼ਟੀ ਲੱਭ ਰਹੀ ਹੈ। ਰਾਜਾ ਪ੍ਰਭੂ ਯਿਸੂ ਮਸੀਹ ਹੈ ਤੇ ਰਾਣੀ ਅੱਜ ਧਰਤੀ ਉੱਤੇ ਕਿਤੇ ਛੁਪ ਕੇ ਬੈਠੀ ਹੋਈ। ਆਮੀਨ। ਹਾਲੇਲੂਇਆ, ਹਾਲੇਲੂਇਆ, ਆਮੀਨ, ਆਮੀਨ। ਆਓ ਅੱਗੇ ਚੱਲਦੇ ਹਾਂ। ਇਹ ਸ੍ਰਿਸ਼ਟੀ ਜਿਨੇਪੇ ਦੀਆਂ ਪੀੜਾਂ ਵਿੱਚ ਨੇ ਇਹ ਖੁਦਾ ਦੇ ਪੁੱਤਰਾਂ ਨੂੰ ਪ੍ਰਗਟ ਕਰੇਗੀ। ਪੜ੍ਹੀਏ। ਇਹੋ ਹੀ ਕਾਰਨ ਹੈ ਇਹੋ ਹੀ ਕਾਰਨ ਹੈ ਕਿ ਅਸੀਂ ਮਸੀਹ ਦੀ ਲਾੜੀ ਨੂੰ ਜਨਮ ਦੇਣ ਲਈ ਹਾਂਜੀ ਜਨਮ ਦੀਆਂ ਪੀੜਾਂ ਵਿੱਚ ਹਾਂ। ਮਸੀਹ ਦੀ ਲਾੜੀ ਨੂੰ ਜਨਮ ਦੇਣ ਦੇ ਲਈ ਜਨਨ ਦੀਆਂ ਪੀੜਾਂ ਵਿੱਚ ਸਾਡੇ ਤੇ ਦੁੱਖ ਐਸ ਕਰਕੇ ਨੇ। ਇੱਕ ਹਵਾਲਾ ਹੋਰ ਪੜ੍ਹ ਲਈਏ ਔਰ ਫਿਰ ਅਸੀਂ ਵਾਪਸੀ ਚੱਲਦੇ ਹਾਂ। 355 ਛੇਵੀਂ ਮੋਹਰ ਕੁਝ ਕਰਨ ਜਾ ਰਹੀ ਹੈ। ਛੇਵੀਂ ਮੋਹਰ ਕੁਝ ਕਰਨ ਜਾ ਰਹੀ ਹੈ। ਜੀ ਹਾਂ ਸ਼੍ਰੀਮਾਨ। ਜੀ ਹਾਂ ਸ਼੍ਰੀਮਾਨ। ਸੱਚ ਵਿੱਚ ਸਾਰਾ ਹੀ ਸੰਸਾਰ ਸੱਚਮੁੱਚ ਸਾਰਾ ਹੀ ਸੰਸਾਰ 1000 ਸਾਲ ਦੇ ਰਾਜ ਲਈ ਹੋ ਕੇ ਭਰ ਰਿਹਾ ਹੈ। 1000 ਸਾਲ ਦੇ ਰਾਜ ਲਈ ਹੋ ਕੇ ਭਰ ਰਿਹਾ ਕਿਉਂਕਿ ਇਹ ਰਾਜ ਸਹੀ ਨਹੀਂ ਹੈ। ਇਹ ਰਾਜ ਸਹੀ ਨਹੀਂ ਹੈ। ਆਓ ਚੱਲਦੇ ਹਾਂ। ਮੈਂ ਨਹੀਂ ਕਹਿੰਦਾ, ਨਬੀ ਕੀ ਕਹਿੰਦੇ ਨੇ, ਪੜ੍ਹਦੇ ਹਾਂ। ਕਿਉਂਕਿ ਸਾਰਾ ਹੀ ਸੰਸਾਰ 1000 ਸਾਲ ਦੇ ਰਾਜ ਵਾਸਤੇ ਹੋ ਕੇ ਭਰ ਰਿਹਾ। ਪੜ੍ਹੀਏ। ਅਤੇ ਪੀੜ ਵਿੱਚ ਹੈ। ਹੁਣ ਪੀੜ ਵਿੱਚ ਹੈ। ਪੜ੍ਹੀਏ। ਹੁਣ ਇਸ ਵੇਲੇ ਇਹ ਸੰਸਾਰ ਗੰਦਮੰਦ ਨਾਲ ਭਰਿਆ ਹੋਇਆ ਹੈ। ਅੱਜ ਇਹ ਸੰਸਾਰ ਗੰਦਮੰਦ ਦੇ ਨਾਲ ਭਰਿਆ ਹੋਇਆ ਹੈ। ਮੇਰਾ ਵਿਸ਼ਵਾਸ ਹੈ ਨਬੀ ਕਹਿੰਦੇ ਕਿ ਜ਼ਿਆਦਾ ਦੇਰ ਨਹੀਂ ਹੋਈ ਕਿ ਜਦੋਂ ਮੈਂ ਇਸ ਥਾਂ ਤੇ ਪ੍ਰਚਾਰ ਕੀਤਾ ਸੀ। ਹਾਂਜੀ। ਜਦ ਮੈਂ ਇੱਥੇ ਭਵਨ ਵਿੱਚ ਸੰਸਾਰ ਟੁੱਟ ਕੇ ਭੱਜ ਕੇ ਬਿਖਰ ਰਿਹਾ ਹੈ ਵਿਸ਼ੇ ਤੇ ਪ੍ਰਚਾਰ ਕੀਤਾ ਸੀ ਜੀ। ਇਹ ਬਿਲਕੁਲ ਠੀਕ ਹੈ ਜੀ। ਵੇਖੋ ਸੰਸਾਰ ਵਿੱਚ ਟੁੱਟ ਭੱਜ ਕੇ ਬਿਖਰ ਰਿਹਾ ਹੈ। ਵੇਖੋ ਇਸ ਦੀ ਹਰ ਇੱਕ ਚੀਜ਼ ਟੁੱਟ ਰਹੀ ਹੈ ਜੀ। ਯਕੀਨਨ ਇਸੇ ਤਰ੍ਹਾਂ ਹੈ। ਇਸ ਦੇ ਟੁਕੜੇ ਟੁਕੜੇ ਹੋਣੇ ਹੀ ਹਨ ਜੀ। ਧਿਆਨ ਦਿਓ ਇਹ ਤਾਂ ਇੱਕ ਢਾਂਚਾ ਹੈ। ਆਓ ਮੈਂ ਤੁਹਾਨੂੰ ਇੱਥੇ ਕਾਰਨ ਦੱਸਦਾ ਹਾਂ ਜੀ ਜਿਹਦਾ ਕਰਕੇ ਧਰਤੀ ਨੇ ਇਸ ਤਰ੍ਹਾਂ ਕਰਨਾ ਹੈ। ਸਿਰਫ ਧਰਤੀ ਦਾ ਢਾਂਚਾ, ਇਸ ਧਰਤੀ ਦਾ ਲੋਹਾ, ਪਿੱਤਲ ਅਤੇ ਬਾਕੀ ਸਾਰਾ ਸਮਾਨ ਇਹਦੇ ਵਿੱਚੋਂ ਖਿੱਚ ਲਿਆ ਗਿਆ ਹੈ। ਮਿਹਰਬਾਨੀ। 358 ਇਸ ਦੀ ਰਾਜਨੀਤਿਕ ਲੋਹਾ, ਪ੍ਰਣਾਲੀ, ਪਿੱਤਲ, ਧਾਨ ਇਸ ਧਰਤੀ ਦੇ ਵਿੱਚੋਂ ਖਿੱਚ ਲਈ ਗਈ ਹੈ। ਜੀ ਪੜ੍ਹੀਏ। ਇਸ ਦੀ ਰਾਜਨੀਤਿਕ ਪ੍ਰਣਾਲੀ, ਇਸ ਸੰਸਾਰ ਦੀ ਰਾਜਨੀਤਿਕ ਪ੍ਰਣਾਲੀ ਇੰਨੀ ਪਲੀਤ ਹੋ ਚੁੱਕੀ ਹੈ ਕਿ ਮੁਸ਼ਕਿਲ ਦੇ ਨਾਲ ਹੀ ਕੋਈ ਇਮਾਨਦਾਰ ਪਾਇਆ ਜਾਂਦਾ ਹੋਵੇਗਾ। ਸਮਝ ਆ ਗਈ? ਆਮੀਨ। ਇਹ ਸੰਸਾਰ ਦੀ ਰਾਜਨੀਤਿਕ ਪ੍ਰਣਾਲੀ ਇੰਨੀ ਗਿਰ ਚੁੱਕੀ ਹੈ, ਇੰਨੀ ਪਲੀਤ ਹੋ ਚੁੱਕੀ ਹੈ ਕਿ ਸ਼ਾਇਦ ਮੁਸ਼ਕਲ ਦੇ ਨਾਲ ਹੀ ਕੋਈ ਈਮਾਨਦਾਰ ਪਾਇਆ ਜਾਂਦਾ ਹੋਵੇਗਾ। ਤੇ ਧਰਤੀ ਕੀ ਚਾਹ ਰਹੀ ਹੈ? ਸ੍ਰਿਸ਼ਟੀ ਕੀ ਚਾਹ ਰਹੀ ਹੈ? ਈਮਾਨਦਾਰ ਨੇਤਾ ਆਵੇ। ਹਾਂਜੀ। ਕੀ ਕਹਿੰਦੇ ਨੇ? ਕੇਜਰੀਵਾਲ ਨੂੰ ਲੈ ਕੇ ਆਣ ਕੇ ਵੇਖ ਲਓ, ਸ਼ਾਇਦ ਉਹ ਸਹੀ ਹੋਵੇ। ਹਾਂਜੀ, ਸਮਝ ਆ ਰਹੀ ਹੈ? ਲੋਕਾਂ ਨੂੰ ਰਾਜੇ ਪਸੰਦ ਨਹੀਂ ਆ ਰਹੇ, ਲੋਕਾਂ ਨੂੰ ਮੁੱਖ ਮੰਤਰੀ ਪਸੰਦ ਨਹੀਂ ਆ ਰਹੇ। ਇਹ ਸੰਸਾਰ ਨੂੰ ਰਾਜਨੀਤਿਕ ਪ੍ਰਣਾਲੀਆਂ ਸਹੀ ਸਾਬਤ ਨਹੀਂ ਹੋ ਰਹੀਆਂ। ਇਹ ਧੋਖਾ ਹੈ, ਇਹ ਧੋਖਾ ਹੈ। ਕੋਈ ਈਮਾਨਦਾਰ ਨਹੀਂ ਹੈ। ਸ੍ਰਿਸ਼ਟੀ ਈਮਾਨਦਾਰ ਰਾਜਿਆਂ ਨੂੰ ਲੱਭ ਰਹੀ ਹੈ। ਹਾਂਜੀ, ਸਮਝ ਆ ਰਹੀ ਹੈ? ਤੇ ਈਮਾਨਦਾਰ ਰਾਜੇ 1000 ਸਾਲ ਰਾਜ ਵਿੱਚ ਹੀ ਮਿਲਣੇ ਨੇ। ਹੈਗੇ ਕਿੱਥੇ ਨੇ? ਇਸ ਧਰਤੀ ਦੇ ਉੱਤੇ ਹੀ ਨੇ। ਆਮੀਨ। ਹਾਲੇਲੂਇਆ। ਤਾਂ ਸ੍ਰਿਸ਼ਟੀ ਹੋ ਕੇ ਭਰ ਰਹੀ ਹੈ, ਈਮਾਨਦਾਰ ਰਾਜਿਆਂ ਨੂੰ ਲੱਭ ਰਹੀ ਹੈ, ਈਮਾਨਦਾਰ ਖੁਦਾ ਦੇ ਪੁੱਤਰਾਂ ਨੂੰ ਲੱਭ ਰਹੀ ਹੈ, ਤਾਂ ਕਿ ਈਮਾਨਦਾਰੀ ਦੇ ਨਾਲ ਇਹ ਸੰਸਾਰ ਚਲਾਇਆ ਜਾਏ। ਇਸ ਲਈ ਪਿਆਰਿਓ, ਖੁਦਾ ਦੇ ਪੁੱਤਰ ਪ੍ਰਗਟ ਹੋ ਕੇ ਰਹਿਣਗੇ ਤਾਂ ਜਾ ਕੇ ਅੱਜ ਸ੍ਰਿਸ਼ਟੀ ਹੋਕਿਆਂ 'ਚ ਚਲੀ ਗਈ ਔਰ ਹੋਕਿਆਂ ਦੇ ਵਿੱਚ ਇਹ ਜਨਨ ਦੀਆਂ ਪੀੜਾਂ 'ਚ ਚਲੀ ਗਈ ਤਾਂ ਕਿ ਖੁਦਾ ਦੇ ਪੁੱਤਰ ਪ੍ਰਗਟ ਹੋਣ। ਇਹਦਾ ਮਤਲਬ ਇਸ ਤੋਂ ਪਹਿਲੇ ਸੰਸਾਰ ਗਰਭਵਤੀ ਹੋਇਆ। ਹੁਣ ਖੁਦਾ ਦੇ ਪੁੱਤਰ ਧਰਤੀ ਉਤੇ ਵੱਧ ਰਹੇ ਨੇ। ਧਿਆਨ 'ਚ ਰੱਖਿਓ, ਵੱਧ ਰਹੇ ਨੇ ਔਰ ਵੱਧਦੇ ਇੱਕ ਦਿਨ ਇਹਨਾਂ ਨੇ ਭਈ ਬੱਚਾ ਮਾਂ ਦੀ ਪੇਟ ਵਿੱਚ ਪਲਦਾ ਹੈ, ਵੱਧਦਾ ਹੈ। ਇੱਕ ਦਿਨ ਤੇ ਉਹਨੇ ਮਾਂ ਦੇ ਪੇਟ ਤੋਂ ਬਾਹਰ ਇੱਕ ਦਿਨ ਇਸ ਸੰਸਾਰ ਵਿੱਚੋਂ ਖੁਦਾ ਦੇ ਪੁੱਤਰਾਂ ਨੇ ਪ੍ਰਗਟ ਹੋਣਾ ਹੀ ਹੈ।
ਇਹ ਮੈਂ ਨਹੀਂ ਕਹਿੰਦਾ, ਇਹ ਖੁਦਾ ਦਾ वचन ਉਹ ਵਚਨ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਖੁਦਾ ਦੇ ਪੁੱਤਰਾਂ ਨੂੰ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਹਾਂਜੀ, ਪੜ੍ਹੀਏ ਕੀ ਲਿਖਿਆ। ਸਾਰੀ ਰਾਜਨੀਤਿਕ ਪ੍ਰਣਾਲੀ ਪਲੀਤ ਹੋ ਚੁੱਕੀ ਹੈ। ਕਿ ਸ਼ਾਇਦ ਕੋਈ ਮੁਸ਼ਕਲ ਨਾਲ ਹੀ ਕੋਈ ਇਮਾਨਦਾਰ ਪਾਇਆ ਜਾਂਦਾ ਹੋਵੇ। ਪੜ੍ਹੀਏ। इससे नैतिकता बहुत ही गिर चुकी है। ਇਹਦੀ ਨੈਤਿਕਤਾ ਬਹੁਤ ਹੀ ਗਿਰ ਚੁੱਕੀ ਹੈ। इन्हां विच नैतिकता तो रही ही नहीं। ਇਹਨਾਂ ਦੇ ਅੰਦਰ ਇਨਸਾਨੀਅਤ ਤਾਂ ਰਹੀ ਹੀ ਨਹੀਂ। ਨੈਤਿਕਤਾ ਮੈਂ ਇਹਨੂੰ ਦੂਸਰੇ ਭਾਸ਼ਾ ਦੇ ਵਿੱਚ ਇਨਸਾਨੀਅਤ ਕਹਾਂਗਾ। ਇਨਸਾਨ ਨਾਲ ਇਨਸਾਨ ਦੀ ਹਮਦਰਦੀ ਤਾਂ ਹੈ ਹੀ ਨਹੀਂ। ਇਨਸਾਨੀਅਤ ਗਿਰ ਚੁੱਕੀ। ਪੜੀਏ। ਇਹਦੇ ਬਾਰੇ ਵਿੱਚ ਬਸ ਇਹੀ ਹੈ, ਯਕੀਨਨ ਹੀ ਇਹਦਾ ਧਰਮ ਭ੍ਰਿਸ਼ਟ ਹੋ ਗਿਆ ਹੈ। ਮਿਹਰਬਾਨੀ ਖੁਦਾ ਬਰਕਤ ਦੇਵੇ। ਇਹ ਸ੍ਰਿਸ਼ਟੀ ਹੋ ਕੇ ਚਲੀ ਗਈ, ਪੀੜਾਂ 'ਚ ਚਲੇ ਗਈ। ਇਸ ਤੋਂ ਜ਼ਿਆਦਾ ਪੀੜਾਂ ਅਜੇ ਇਸ ਧਰਤੀ ਨੂੰ ਲੱਗਣੀਆਂ ਹਨ। ਇਹ ਗੱਲ ਮੈਂ ਦੱਸ ਕੇ ਤੇ ਸਮਾਪਤ ਕਰ ਦਿੰਦਾ ਹਾਂ। ਲਾਸਟ। ਹਾਲੇਲੂਇਆ, हालेलुया, ਆਮੀਨ। आमीन। ਇਹ ਸ੍ਰਿਸ਼ਟੀ ਦਾ ਕੀ ਹਾਲ ਹੋਣਾ ਹੈ, ਅਜੇ ਕੁਝ ਨਹੀਂ ਹੋ ਰਿਹਾ। ਛੇਵੀਂ ਮੋਹਰ ਦੇ 3 ਹਿੱਸੇ ਨੇ। ਛੇਵੀਂ ਮੋਹਰ ਦੇ तीन हिस्से, ਛੇਵੀਂ ਮੋਹਰ ਦੇ तीन हिस्से, ਕਿੰਨੇ ਹਿੱਸੇ ਨੇ? तीन। ਛੇਵੀਂ ਮੋਹਰ ਦੇ 3 ਹਿੱਸੇ ਨੇ। ਧਿਆਨ ਚ ਰੱਖਿਓ। ਧਰਤੀ ਦਾ ਸੁੱਧੀਕਰਨ, ਮੂਰਖ ਕੁਆਰੀਆਂ ਦਾ ਸੁੱਧੀਕਰਨ। ਹਾਲੇਲੂਇਆ। ਇਸ ਲਈ ਪਿਆਰਿਓ, ਇਸ ਧਰਤੀ ਦੇ ਨਾਲ, ਇਸ ਸ੍ਰਿਸ਼ਟੀ ਦੇ ਨਾਲ ਅਜੇ ਇਸ ਤੋਂ ਵੀ ਵੱਧ ਕੇ ਅਜੇ ਬਾਕੀ ਹੋਣਾ ਬਾਕੀ ਹੈ। ਅਜੇ ਤਾਂ ਸਿਰਫ ਤੇ ਸਿਰਫ ਦੁਲਹਨ ਧਰਤੀ ਉੱਤੇ ਹੈ। ਦੁਲਹਨ ਦੀ ਤਿਆਰੀ ਹੋ ਰਹੀ ਹੈ। ਖੁਦਾ ਦੇ ਪੁੱਤਰ ਧਰਤੀ ਉੱਤੇ ਨੇ ਔਰ ਖੁਦਾ ਦੇ ਪੁੱਤਰ ਧਰਤੀ ਉੱਤੇ ਪ੍ਰਗਟ ਹੋਣ ਵਾਲੇ ਨੇ। ਜਦ ਖੁਦਾ ਦੇ ਪੁੱਤਰ ਪ੍ਰਗਟ ਹੋ ਜਾਂਦੇ ਨੇ ਤੇ ਖੁਦਾ ਦੇ ਪੁੱਤਰ ਧਰਤੀ ਤੋਂ ਉਠਾ ਲਏ ਜਾਂਦੇ ਨੇ, ਉਸ ਤੋਂ ਬਾਅਦ ਧਰਤੀ ਨਾਲ ਕੀ ਬੀਤਣ ਵਾਲਾ ਵਾ, ਆਓ ਮੈਂ ਥੋੜਾ ਜਿਹਾ ਦੱਸ ਦੇਵਾਂ, ਸਮਾਪਤ ਕਰ ਦਿੰਦੇ ਹਾਂ। ਛੇਵੀਂ ਮੋਹਰ 296 294 ਪੜ੍ਹ ਦਿਓ ਪਹਿਲੇ। 294 ਪਹਿਲੇ ਪੜ੍ਹ ਦਿਓ, ਫਿਰ 296 ਤੇ ਆਵਾਂਗੇ। ਇਹ ਦੋ ਹਵਾਲੇ ਨੇ, ਪੜ੍ਹ ਕੇ ਸਮਾਪਤ ਕਰਾਂਗੇ। ਆਪਣੇ ਵਿਸ਼ੇ ਉੱਤੇ ਆਣ ਕੇ ਫਿਰ ਸਮਾਪਤ ਕਰਾਂਗੇ। ਹਾਂਜੀ। ਇਹ ਕੀ ਹੈ? ਹਾਂਜੀ। ਇਹਨਾਂ ਚੀਜ਼ਾਂ ਨੂੰ ਕੌਣ ਲਿਆ ਸਕਦਾ ਹੈ? ਇਹ ਕੀ ਹੈ? ਇਹਨਾਂ ਚੀਜ਼ਾਂ ਨੂੰ ਕੌਣ ਲਿਆ ਸਕਦਾ ਹੈ? ਕੋਈ ਹੋਰ ਨਹੀਂ, ਕੋਈ ਹੋਰ ਨਹੀਂ, ਬਲਕਿ ਵਚਨ ਹੀ ਲਿਆ ਸਕਦਾ ਹੈ। ਕੋਈ ਹੋਰ ਨਹੀਂ ਬਲਕਿ ਵਚਨ ਹੀ ਲੈ ਕੇ ਆ ਸਕਦਾ। ਪੜ੍ਹੀਏ। ਉਸ ਸ੍ਰਿਸ਼ਟੀ ਦੇ ਨਾਲ, ਉਸ ਸ੍ਰਿਸ਼ਟੀ ਦੇ ਨਾਲ ਜੋ ਚਾਹਣ ਕਰ ਸਕਦੇ ਹਨ। ਅੱਛਾ, ਕੌਣ? ਅਜੇ ਇਹ ਨਹੀਂ ਪਤਾ ਲੱਗਿਆ, ਪਰ ਇਸ ਦਾ ਮਤਲਬ ਇਸ ਤੋਂ ਪਹਿਲਾਂ ਤੁਸੀਂ 296 ਪੜ੍ਹਦੇ ਹੋ। ਇੱਥੇ ਵੀ ਹੱਥ ਰੱਖ ਲਵੋ ਤੇ 296 ਪੜ੍ਹਦੇ ਹੋ। ਫਿਰ ਅਸੀਂ 294 ਤੇ ਆਵਾਂਗੇ। ਹਾਂਜੀ। ਅਤੇ ਹੁਣ ਇੱਥੇ ਇਹ ਦੋ ਨਬੀ ਹੁਣ ਇੱਥੇ ਉਹ ਦੋ ਨਬੀ ਖੁਦਾ ਦੇ ਵਚਨ ਨਾਲ ਖੜੇ ਹਨ, ਖੁਦਾ ਦਾ ਵਚਨ ਲੈ ਕੇ ਖੜੇ ਹਨ, ਤਾਂ ਕਿ ਉਸ ਸ੍ਰਿਸ਼ਟੀ ਦੇ ਨਾਲ, ਤਾਂ ਕਿ ਉਹ ਸ੍ਰਿਸ਼ਟੀ ਦੇ ਨਾਲ ਜੋ ਕੁਝ ਵੀ ਕਰਨਾ ਚਾਹਣ, ਸ੍ਰਿਸ਼ਟੀ ਦੇ ਨਾਲ ਜੋ ਕੁਝ ਵੀ ਕਰਨਾ ਚਾਹਣ ਕਰਨ। ਰੁਕਿਓ। ਉਹ ਦੋ ਨਬੀ ਕਿਹੜੇ ਕਿਹੜੇ ਨੇ ਭਾਈ? एलिया, मूसा। ਏਲੀਆ ਤੇ ਮੂਸਾ। ਤੇ ਜਦੋਂ ਉਹ ਧਰਤੀ ਦੇ ਨਾਲ ਕੁਝ ਕਰਨਗੇ ਤੇ ਉਦੋਂ ਜਿਹੜੇ ਖੁਦਾ ਦੇ ਧਰਤੀ ਉੱਤੇ ਪੁੱਤਰ ਪ੍ਰਗਟ ਹੋਏ ਜਾਂ ਲਾੜੀ ਹੈ, ਉਹ ਕਿੱਥੇ ਹੋਵੇਗੀ? और स्वर्ग जो है। ਉਹ ਸਵਰਗ ਵਿੱਚ ਉਡਾਰੀ ਮਾਰ ਗਈ ਹੋਵੇਗੀ। ਧਿਆਨ ਨਾਲ ਸੁਣੇ, ਧਿਆਨ ਦੇ ਨਾਲ। ਹਾਲੇਲੂਇਆ। हालेलुया। ਜਦੋਂ ਲਾੜੀ ਧਰਤੀ ਉੱਤੋਂ ਚਲੀ ਜਾਂਦੀ ਆ, ਦੋ ਨਬੀ ਧਰਤੀ ਉੱਤੇ ਅੱਜ ਪ੍ਰਗਟ ਹੋ ਜਾਂਦੇ ਨੇ ਇਜ਼ਰਾਈਲ ਦੇ ਵਿੱਚ। ਤੇ ਨਬੀ ਨੇ ਬਿਆਨ ਕੀਤਾ ਤੇ ਪਵਿੱਤਰ ਬਾਈਬਲ ਬਿਆਨ ਕਰਦੀ ਹੈ, ਉਹ ਦੋ ਨਬੀ ਧਰਤੀ ਉੱਤੇ ਆਫਤਾਂ ਲੈ ਕੇ ਆਉਣਗੇ। आमीन। ਅਜੇ ਤੇ ਹੌਕੇ ਨੇ, ਅਜੇ ਤਾਂ ਹੌਕੇ ਨੇ। ਇੱਕ ਗੱਲ ਯਾਦ ਰੱਖਿਓ, ਅੱਜ ਲੋਕ ਮੌਤ ਤੋਂ ਬਚਣ ਵਾਸਤੇ ਕੀ ਲੱਭਦੇ ਨੇ? ਹਾਂਜੀ, ਮੌਤ ਤੋਂ ਬਚਣ ਵਾਸਤੇ ਕੀ ਲੱਭਦੇ ਨੇ? ਜੀਵਨ। ਮੌਤ ਤੋਂ ਬਚ ਜਾਈਏ,
ਹਾਂਜੀ ਮੌਤ ਤੋਂ ਬਚ ਜਾਈਏ। ਮੌਤ ਤੋਂ ਅੱਛਾ ਜਦੋਂ ਦੋ ਨਬੀ ਜੋ ਚੌਣ ਧਰਤੀ ਨਾਲ ਕਰਨਗੇ ਉਦੋਂ ਲੋਕ ਕੀ ਲੱਭਣਗੇ ਨਹੀਂ ਪਤਾ। ਮੌਤ ਕੀ ਲੱਭਣਗੇ ਮੌਤ। ਮੌਤ। ਧਿਆਨ ਦੇ ਨਾਲ ਸੁਣਿਓ ਬਾਈਬਲ ਬਿਆਨ ਕਰਦੀ ਲੋਕ ਮੌਤ ਲੱਭਣਗੇ ਪਰ ਮੌਤ ਵੀ ਨਹੀਂ ਆਵੇਗੀ। ਅੱਜ ਹੋਕਿਆਂ ਵਿੱਚ ਕੀ ਲੱਭਦੇ ਨੇ ਮੌਤ ਤੋਂ ਬਚਾ, ਮੌਤ ਤੋਂ ਬਚ ਜਾਈਏ, ਮੌਤ ਤੋਂ ਬਚ ਜਾਈਏ। ਧਿਆਨ ਨਾਲ ਸੁਣਿਓ ਪਰ ਜਦੋਂ ਦੋ ਨਬੀ ਧਰਤੀ ਤੇ ਪ੍ਰਗਟ ਹੋ ਜਾਂਦੇ ਨੇ ਫਿਰ ਇਹ ਮੌਤ ਤੋਂ ਜੀਵਨ ਨਹੀਂ ਲੱਭਣਗੇ, ਇਹ ਫਿਰ ਕੀ ਲੱਭਣਗੇ ਮੌਤ ਲੱਭਣਗੇ। ਧਰਤੀ ਇਦਾਂ ਦੀ ਬਵਾ ਇਦਾਂ ਦੀ ਮੁਸੀਬਤ ਵਿੱਚ ਸੰਸਾਰ ਚਲਾ ਜਾਏਗਾ। ਹਾਂਜੀ ਪੜ੍ਹ ਦਈਏ ਉਹ ਦੋ ਨਬੀ ਧਰਤੀ ਉੱਤੇ ਪ੍ਰਗਟ ਹੋਣਗੇ ਤੇ ਜੋ ਚਾਹਣ ਉਹ ਸ੍ਰਿਸ਼ਟੀ ਦੇ ਨਾਲ ਕਰਨਗੇ। ਪੜ੍ਹੀਏ ਤਾਂ ਕਿ ਉਹ ਸ੍ਰਿਸ਼ਟੀ ਦੇ ਨਾਲ ਜੋ ਕੁਝ ਵੀ ਚਾਹਣ, ਉਹ ਸ੍ਰਿਸ਼ਟੀ ਦੇ ਨਾਲ ਜੋ ਕੁਝ ਵੀ ਚਾਹਣ ਕਰਨ ਅਤੇ ਉਹ ਧਰਤੀ ਨੂੰ ਹਿਲਾਉਂਦੇ ਹਨ। ਉਹ ਧਰਤੀ ਨੂੰ ਹਿਲਾਉਂਦੇ ਨੇ ਭੁਚਾਲਾਂ ਦੇ ਨਾਲ ਅਤੇ ਠੀਕ ਠੀਕ ਵਿਖਾਉਂਦਾ ਹੈ ਹਾਂਜੀ ਕਿ ਅਜਿਹਾ ਕੌਣ ਕਰਦਾ ਹੈ। ਇਹ ਠੀਕ ਠੀਕ ਕੇ ਦਿਖਾਉਂਦਾ ਹੈ ਕਿ ਜੇ ਇਹੋ ਜਿਹਾ ਕੌਣ ਕਰਦਾ ਆ। ਇਹ ਮੂਸਾ ਤੇ ਏਲੀਆ ਹਨ। ਇਹ ਮੂਸਾ ਤੇ ਏਲੀਆ ਹਨ। ਇਹੀ ਦੋਨੋਂ ਆਦਮੀ ਜਿਹੜੇ ਕਰਦੇ ਹਨ ਇਹ ਕਰਦੇ ਨੇ ਕਿਉਂਕਿ ਉੱਥੇ ਉਹਨਾਂ ਦੀ ਸੇਵਕਾਈ ਫਿਰ ਹੈ। ਹਾਂਜੀ हे ਮੇਰੇ ਪ੍ਰਭੂ ਹੁਣ ਕੀ ਤੁਸੀਂ ਇਹਨੂੰ ਵੇਖਦੇ ਹੋ? ਕੀ ਹੁਣ ਤੁਸੀਂ ਇਹਨੂੰ ਵੇਖਦੇ ਹੋ? ਸਭਾ ਆਖਦੀ ਹੈ ਆਮੀਨ। ਸਭਾ ਆਖਦੀ ਹੈ ਆਮੀਨ। ਇਹ ਸਭਾ ਵੀ ਆਖੇ ਆਮੀਨ ਆਮੀਨ ਹਾਲੇਲੂਇਆ। ਹੁਣ ਦੇਖਦੇ ਹੋ ਨਬੀ ਵਚਨ ਬੋਲਦਾ ਹੈ ਤੇ ਸਭਾ ਕੀ ਆਖਦੀ ਹੈ ਆਮੀਨ ਆਮੀਨ। ਹਾਂਜੀ ਪੜ੍ਹੀਏ ਕੀ ਤੁਸੀਂ ਵੇਖਦੇ ਹੋ ਹਾਂਜੀ ਕਿ ਛੇਵੀਂ ਮੋਹਰ ਕੀ ਹੈ? ਛੇਵੀਂ ਮੋਹਰ ਕੀ ਹੈ? ਇਹ ਉਹ ਨਬੀ ਹਨ। ਹੁਣ ਧਿਆਨ ਦਿਓ ਇਸ ਗੱਲ ਦੇ ਨਾਲ ਤੁਹਾਨੂੰ ਘੁਟਨ ਮਹਿਸੂਸ ਨਾ ਹੋਵੇ ਜੀ ਪਰੰਤੂ ਵੇਖੋ ਉਹ ਮੋਹਰ ਵਿੱਚ ਕੀ ਖੁੱਲਦਾ ਹੈ। ਨਬੀ 94 ਲਾਸਟ ਵਿੱਚ ਇਹ ਕੀ ਹੈ? ਇਹ ਕੀ ਹੈ? ਇਹਨਾਂ ਚੀਜ਼ਾਂ ਨੂੰ ਕੌਣ ਲਿਆ ਸਕਦਾ ਹੈ? ਇਹਨਾਂ ਚੀਜ਼ਾਂ ਨੂੰ ਕੌਣ ਲੈ ਕੇ ਆ ਸਕਦਾ ਹੈ? ਕੋਈ ਹੋਰ ਨਹੀਂ ਬਲਕਿ ਵਚਨ ਹੀ ਲਿਆ ਸਕਦਾ ਹੈ। ਵਚਨ ਹੀ ਲਿਆ ਸਕਦਾ ਹੈ। ਉਹ ਸ੍ਰਿਸ਼ਟੀ ਦੇ ਨਾਲ ਜੋ ਚਾਹਣ ਕਰ ਉਹ ਸਕਦੇ ਹਨ। ਸ੍ਰਿਸ਼ਟੀ ਨਾਲ ਜੋ ਚਾਹਣ ਕਰ ਸਕਦੇ ਹਨ। ਕੌਣ? ਦੋ ਨਬੀ। ਅੱਛਾ ਇੱਕ ਗੱਲ ਮੈਨੂੰ ਹੁਣ ਹੋਰ ਇੱਥੇ ਜ਼ਿਆਦਾ ਦਲਾ ਲੈਂਦੇ ਹੋ। ਮੂਸਾ ਕੀ ਕਰ ਰਿਹਾ ਸੀ? ਮਿਸਰ ਵਿੱਚ ਕੀ ਲੈ ਕੇ ਆ ਰਿਹਾ ਸੀ? ਹਾਂਜੀ ਕੀ ਲੈ ਕੇ ਆ ਰਿਹਾ ਸੀ? ਅੱਛਾ ਕੀ ਲੈ ਕੇ ਆ ਰਿਹਾ ਸੀ? ਅਸੀਂ ਕੌਣ ਆ? ਪਰਾਈਆਂ ਕੌਮਾਂ ਦੇ ਲੋਕ ਜਾਂ ਯਹੂਦੀ ਇਜ਼ਰਾਈਲੀ ਹਾਂ? ਅਸੀਂ ਪਰਾਈਆਂ ਕੌਮਾਂ ਦੇ ਲੋਕ ਹਾਂ। ਤੇ ਮੂਸਾ ਕੀ ਕਰ ਰਿਹਾ ਸੀ? ਯਹੂਦੀਆਂ ਨੂੰ ਬਚਾ ਰਿਹਾ ਸੀ ਤੇ ਪਰਾਈਆਂ ਕੌਮਾਂ ਦੇ ਉੱਤੇ ਬਵਾ ਲਿਆ ਰਿਹਾ ਸੀ। ਧਿਆਨ ਨਾਲ ਸੁਣਿਓ ਜਦੋਂ ਏਲੀਆ ਤੇ ਮੂਸਾ ਆਉਣਗੇ ਤੇ ਮੂਸਾ ਕੀ ਕਰੇਗਾ? ਇਜ਼ਰਾਈਲੀਆਂ ਨੂੰ ਬਚਾ ਰਿਹਾ ਹੋਵੇਗਾ ਤੇ ਪਰਾਈਆਂ ਕੌਮਾਂ ਉੱਤੇ ਬਵਾ ਆ ਰਹੀਆਂ ਹੋਣਗੀਆਂ। ਯੈਸ ਹਾਂਜੀ ਅਸੀਂ ਕੌਣ ਲੋਕ ਹਾਂ? ਤੇ ਪਰਾਈਆਂ ਕੌਮਾਂ ਦੇ ਤੇ ਕੀ ਆਉਣਗੀਆਂ? ਬਜਾਏ ਕਿ ਉਹ ਬਵਾ ਇਸ ਧਰਤੀ ਉੱਤੇ ਏਲੀਆ ਤੇ ਮੂਸਾ ਲੈ ਕੇ ਆਉਣ ਇਸ ਤੋਂ ਪਹਿਲਾਂ ਮੇਰਾ ਤੇ ਤੁਹਾਡਾ ਇੱਥੋਂ ਨਿਕਲਣਾ ਜ਼ਰੂਰੀ ਹੈ। ਹਾਲੇਲੂਇਆ ਆਮੀਨ। ਉਡਾਰੀ ਮਾਰਨੀ ਜ਼ਰੂਰੀ ਹੈ। ਉਡਾਰੀ ਮਾਰਨ ਵਾਸਤੇ ਦੋ ਪੜ ਚਾਹੀਦੇ ਨੇ। ਦੁਲਹਨ ਨੂੰ ਦੋ ਖੰਭ ਮਿਲ ਗਏ, ਇੱਕ ਨਵਾਂ ਤੇ ਇੱਕ ਪੁਰਾਣਾ। ਇਹ ਨਵਾਂ ਐਦਨਾਮਾ ਤੇ ਪੁਰਾਣਾ ਐਦਨਾਮਾ ਇਹ ਅਸੀਂ ਖੁਦ ਬਣਨਾ ਹੈ। ਆਮੀਨ ਹਾਲੇਲੂਇਆ। ਵਚਨ ਦੇ ਨਾਲ ਅਸੀਂ ਵਚਨ ਬਣਨਾ ਹੈ। ਆਮੀਨ। ਖੁਦਾ ਤੁਹਾਨੂੰ ਬਹੁਤਾਇਤ ਵਿੱਚ ਬਰਕਤ ਦੇਵੇ। ਆਓ ਵਾਪਸ ਅਸੀਂ ਰੋਮੀਆਂ ਵਿੱਚ ਆ ਜਾਈਏ ਤੇ ਸੰਦੇਸ਼ ਨੂੰ ਸਮਾਪਤ ਕਰ ਦਈਏ। ਹੈ ਤਾਂ ਬਹੁਤ ਕੁਛ ਹੈ ਬਲਕਿ ਮੈਂ ਕਾਫੀ ਸ਼ਾਰਟ ਵਿੱਚ ਤੁਹਾਡਾ ਸਮਾਂ ਲਿਆ ਹੈ। ਰੋਮੀਆਂ 8 ਉਹਦੀ 18 ਤੋਂ ਪੜ ਦਈਏ ਤੇ ਅਸੀਂ ਸੰਦੇਸ਼ ਨੂੰ ਸਮਾਪਤ ਕਰ ਦਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ, ਇਹ ਵਰਤਮਾਨ ਸਮੇਂ ਦੇ ਹੌਕੇ ਤੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਜਿਹੜਾ ਹੈ, ਸਾਡੇ ਵੱਲ ਆਉਣ ਵਾਲਾ ਹੈ, ਪ੍ਰਕਾਸ਼ ਹੋਣ ਵਾਲਾ ਹੈ, ਮਿਚਾਉਣ ਦੇ ਯੋਗ ਇਹ ਨਹੀਂ। ਦੁੱਖ ਉਸ ਸੁੱਖ ਦੇ ਨਾਲ ਮਚਾਉਣ ਦੇ ਯੋਗ ਨਹੀਂ ਹਨ ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਇਹ ਸ੍ਰਿਸ਼ਟੀ ਵੱਡੀ ਚਾਹ ਦੇ ਨਾਲ ਖੁਦਾ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਇਹ ਹੈ। ਸ੍ਰਿਸ਼ਟੀ ਖੁਦਾ ਦੇ ਪੁੱਤਰਾਂ ਨੂੰ ਪ੍ਰਗਟ ਹੁੰਦਿਆਂ ਨੂੰ ਉਡੀਕ ਰਹੀ ਹੈ ਕਿ ਖੁਦਾ ਦੇ ਪੁੱਤਰ ਪ੍ਰਗਟ ਹੋਣ। ਮੇਰੀ ਗੱਲ ਸਮਝ ਆ ਰਹੀ ਹੈ? ਹਾਲੇਲੂਇਆ। ਈਮਾਨਦਾਰ ਕੋਈ ਰਾਜਾ ਹੋਵੇ, ਈਮਾਨਦਾਰ ਖੁਦਾ ਦੇ ਪੁੱਤਰਾਂ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦਾ ਹੈ। ਇਸ ਲਈ ਕੋਈ ਈਮਾਨਦਾਰ ਰਾਜਾ ਹੋਵੇ, ਕੋਈ ਈਮਾਨਦਾਰ ਪੰਚ ਹੋਵੇ, ਕੋਈ ਈਮਾਨਦਾਰ ਸਰਪੰਚ ਹੋਵੇ, ਕੋਈ ਈਮਾਨਦਾਰ ਮੁੱਖ ਮੰਤਰੀ ਹੋਵੇ, ਕੋਈ ਈਮਾਨਦਾਰ ਪ੍ਰਧਾਨ ਮੰਤਰੀ ਹੋਵੇ, ਇਹ 1000 ਸਾਲੇ ਰਾਜ ਵਿੱਚ ਮਿਲਣਗੇ ਪਿਆਰਿਓ।
ਹਾਂਜੀ ਪੜ੍ਹੀਏ। ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਹਾਂਜੀ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਾ ਨਾਲ ਆਪਣੀ ਨਹੀਂ, ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ, ਅਧੀਨ ਕਰਨ ਵਾਲੇ ਦੇ ਕਾਰਨ, ਪਰ ਉਮੀਦ ਨਾਲ, ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਇਹ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਖੁਦਾ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਹਾਲੇਲੂਇਆ। ਇਹ ਵੀ ਖੁਦਾ ਦੇ ਪੁੱਤਰਾਂ ਨੂੰ ਉਡੀਕ ਰਹੀ ਹੈ, ਸ੍ਰਿਸ਼ਟੀ ਵੀ, ਧਰਤੀ ਵੀ। ਪੜ੍ਹੀਏ। ਅਸੀਂ ਜਾਣਦੇ ਤਾਂ ਹਾਂ ਵੀ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੱਕ ਅੱਛਾ ਹੁਣ ਤੇ ਅਸੀਂ ਜਾਣ ਗਏ ਕਿ ਹੋ ਕੇ ਭਰ ਰਹੀ ਹੈ, ਪੂਰੀ ਸ੍ਰਿਸ਼ਟੀ ਹੋ ਕੇ ਭਰ ਰਹੀ ਹੈ। ਹਾਂਜੀ ਪੜ੍ਹੀਏ। ਅਤੇ ਉਹਨੂੰ ਪੀੜਾ ਲੱਗੀਆਂ ਹੋਈਆਂ ਨੇ, ਅਤੇ ਨਿਰੀ ਉਹ ਤਾਂ ਨਹੀਂ, ਪਰ ਨਿਰੀ ਉਹ ਤਾਂ ਨਹੀਂ, ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ। ਹੁਣ ਮੈਂ ਦੱਸਣ ਲੱਗਿਆ ਹਾਂ ਕਿ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ, ਇਸ ਕਿਸ ਗੱਲ ਤੋਂ ਹੋ ਕੇ ਭਰਦੇ ਨੇ, ਅਸੀਂ ਇਹ ਗੱਲ ਨੂੰ ਜਾਣ ਕੇ ਸਮਾਪਤ ਕਰਾਂਗੇ। ਪੜ੍ਹੀਏ। ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ, ਆਪਣੇ ਆਪ ਵਿੱਚ ਹੋ ਕੇ ਭਰਦੇ ਹਾਂ, ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ। ਹਾਲੇਲੂਇਆ। ਅਸੀਂ ਵੀ ਉਡੀਕ ਵਿੱਚ ਹਾਂ, ਅਸੀਂ ਵੀ ਹੋ ਕੇ ਭਰ ਰਹੇ ਹਾਂ, ਤਾਂ ਕਿ ਜਲਦੀ ਯਹੋਵਾ ਇੰਜ ਫਰਮਾਉਣ ਵਾਲਾ ਵਚਨ ਮਿਲ ਜਾਏ, ਤਾਂ ਕਿ ਅਸੀਂ ਖੁਦਾ ਦੇ ਪੁੱਤਰ ਪ੍ਰਗਟ ਹੋ ਸਕੀਏ। ਆਮੀਨ। ਅਸੀਂ ਖੁਦ ਵੀ ਹੋ ਕੇ ਭਰ ਰਹੇ ਹਾਂ, ਤਾਂ ਕਿ ਉਹ ਸਮਰਥ ਆ ਜਾਏ, ਉਹ ਪਵਿੱਤਰ ਆਤਮਾ ਦਾ ਬਪਤਿਸਮਾ ਮਿਲ ਜਾਏ, ਉਹ ਪਵਿੱਤਰ ਆਤਮਾ ਦੀ ਭਰਪੂਰੀ ਮਿਲ ਜਾਏ। ਨੰਬਰ ਦੂਸਰਾ, ਸਾਡੇ ਸਰੀਰ ਬਦਲ ਜਾਣ। ਆਮੀਨ। ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਹਾਂ। ਹਾਲੇਲੂਇਆ। ਅਸੀਂ ਇਹਨਾਂ ਸਰੀਰਾਂ ਵਿੱਚ ਸੰਤੁਸ਼ਟ ਨਹੀਂ ਹਾਂ, ਅਸੀਂ ਇਸ ਮਿੱਟੀ ਵਾਲੇ ਸਰੀਰਾਂ ਵਿੱਚ ਸੰਤੁਸ਼ਟ ਨਹੀਂ ਹਾਂ, ਇਸ ਲਈ ਅਸੀਂ ਇਹ ਦੇਹੀ ਦੇ ਛੁਟਕਾਰੇ ਦੀ ਉਡੀਕ ਵਿੱਚ ਹਾਂ। ਇਸ ਲਈ ਪਿਆਰਿਓ, ਅਸੀਂ ਵੀ ਇਹ ਸਰੀਰਾਂ ਤੋਂ ਛੁਟਕਾਰਾ ਚਾਹੁੰਦੇ ਹਾਂ। ਆਮੀਨ। ਹਾਲੇਲੂਇਆ। ਹਾਲੇਲੂਇਆ। ਤਾਂ ਕਿ ਇਹ ਸਰੀਰ ਸਹੀ ਨਹੀਂ ਹੈ, ਇਹ ਪਾਪ ਦੇ ਵੰਸ਼ ਨਾਲ ਆਇਆ। ਇਸ ਲਈ ਪਿਆਰਿਓ, ਉਹ ਸਰੀਰ ਦੀ ਜ਼ਰੂਰਤ ਹੈ ਜਿਹੜਾ ਮੂੰਹ ਤੋਂ ਬੋਲੇ ਹੋਏ ਵਚਨ ਦੇ ਨਾਲ ਬਣਿਆ। ਤਾਂ ਜਾ ਕੇ ਪੌਲਸ ਕਹਿੰਦਾ, ਅਸੀਂ ਵੀ ਹੋ ਕੇ ਭਰਦੇ ਹਾਂ ਔਰ ਖੁਦਾ ਦੇ ਪੁੱਤਰ ਪ੍ਰਗਟ ਹੋਣ ਨੂੰ ਉਡੀਕਦੇ ਹਾਂ, ਤੇ ਆਪਣੇ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਹਾਂ। ਆਮੀਨ। ਹਾਲੇਲੂਇਆ। ਕਿ ਅਸੀਂ ਸਰੀਰਾਂ ਬਦਲ ਦਈਏ, ਇਸ ਸਰੀਰ ਵਿੱਚੋਂ ਨਿਕਲ ਕੇ ਉਸ ਥਿਓਫੈਨੀ ਸਵਰਗੀ ਸਰੀਰ ਦੇ ਵਿੱਚ ਚਲੇ ਜਾਈਏ। ਪ੍ਰਭੂ ਬਹੁਤਾਇਤ ਵਿੱਚ ਤੁਹਾਨੂੰ ਬਰਕਤ ਦੇਵੇ। ਜਦ ਤੱਕ ਅਸੀਂ ਪ੍ਰਗਟ ਨਹੀਂ ਹੋਵਾਂਗੇ, ਯਹੋਵਾ ਇੰਜ ਫਰਮਾਉਣ ਵਾਲਾ ਵਚਨ ਪਹਿਲੇ ਬੋਲਿਆ ਜਾਏਗਾ, ਉਸ ਤੋਂ ਬਾਅਦ ਚ ਸਾਡੇ ਸਰੀਰਾਂ ਦਾ ਬਦਲਾਵ ਹੋਵੇਗਾ। ਸਾਨੂੰ ਨਵੇਂ ਸਰੀਰ ਮਿਲ ਜਾਣਗੇ। ਹਾਲੇਲੂਇਆ। ਉਹਨਾਂ ਨਵੇਂ ਸਰੀਰਾਂ ਵਿੱਚ ਅਸੀਂ ਸਵਰਗ ਨੂੰ ਉਡਾਰੀ ਮਾਰ ਜਾਵਾਂਗੇ। 2 ਨਬੀ ਧਰਤੀ ਉੱਤੇ ਪ੍ਰਗਟ ਹੋਣਗੇ, ਫਿਰ ਪਰਾਈਆਂ ਕੌਮਾਂ ਜਿਨ੍ਹਾਂ ਨੇ ਇਸ ਵਚਨ ਨੂੰ ਠੁਕਰਾਇਆ, ਜਿਨ੍ਹਾਂ ਨੇ ਇਸ ਸੰਦੇਸ਼ ਨੂੰ ਠੁਕਰਾਇਆ, ਜਿਨ੍ਹਾਂ ਨੇ ਇਸ ਸੰਦੇਸ਼ ਦੀ ਅਣਗਹਿਲੀ ਕੀਤੀ, ਜਿਨ੍ਹਾਂ ਨੇ ਇਸ ਸੰਦੇਸ਼ ਦੇ ਮੁਤਾਬਕ ਜੀਵਨ ਜੀਣ ਦੇ ਲਈ ਸੰਘਰਸ਼ ਨਹੀਂ ਕੀਤਾ, ਉਹਨਾਂ ਦੇ ਉੱਤੇ ਬਵਾ ਆ ਰਹੀਆਂ ਹੋਣਗੀਆਂ ਔਰ 2 ਨਬੀ ਉਹਨਾਂ ਦੇ ਉੱਤੇ ਬਵਾ ਲੈ ਕੇ ਆਉਣਗੇ। ਆਓ ਉਸ ਬਵਾ ਤੋਂ ਬਚਣ ਦੇ ਲਈ ਅੱਜ ਅਸੀਂ ਇਦਾਂ ਦੀ ਤਿਆਰੀ ਕਰੀਏ ਕਿ ਅਸੀਂ ਰੈਪਚਰ ਵਿੱਚ ਉਠਾ ਲੈ ਜਾਈਏ, ਅਸੀਂ ਸਰੀਰ ਸਾਡੇ ਬਦਲ ਜਾਣ, ਅਸੀਂ ਯਹੋਵਾ ਇੰਜ ਫਰਮਾਉਣ ਵਾਲੇ ਵਚਨ ਨੂੰ ਬੋਲ ਸਕੀਏ। ਖੁਦਾ ਤੁਹਾਨੂੰ ਬਹੁਤਾਇਤ ਵਿੱਚ ਬਰਕਤ ਦੇਵੇ। ਆਓ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਨੂੰ ਝੁਕਾਉਂਦੇ ਹਾਂ, ਦੁਆ ਕਰਦੇ ਹਾਂ। ਥੈਂਕ ਯੂ ਲਾਰਡ, ਹੋਲੀ ਸਪਿਰਿਟ, ਹੋਲੀ ਸਪਿਰਿਟ। ਥੈਂਕ ਯੂ ਲਾਰਡ, ਥੈਂਕ ਯੂ ਲਾਰਡ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੋਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਗਰ ਇਹ ਸੱਚ ਹੈ, ਆਪਣੇ ਹੱਥਾਂ ਨੂੰ ਉਠਾ ਕੇ ਸਭ ਖੁਦਾ ਦੀ ਤਾਰੀਫ ਕਰੀਏ। ਅਗਰ ਸੰਸਾਰ ਹੌਕਿਆਂ 'ਚ ਚਲਾ ਗਿਆ ਹੈ, ਓ ਥੈਂਕ ਯੂ ਲਾਰਡ, ਤੇ ਫਿਰ ਬਹੁਤ ਜਲਦ ਖੁਦਾ ਦੇ ਪੁੱਤਰ ਪ੍ਰਗਟ ਹੋਣ ਵਾਲੇ ਨੇ। ਓ ਥੈਂਕ ਯੂ ਲਾਰਡ, ਓ ਥੈਂਕ ਯੂ ਸੇਵੀਅਰ, ਹੋਲੀ ਸਪਿਰਿਟ, ਹੋਲੀ ਸਪਿਰਿਟ। ਥੈਂਕ ਯੂ ਲਾਰਡ, ਹੋਲੀ ਸਪਿਰਿਟ। तेरा शुक्र प्रभु, तेरा शुक्र प्रभु, तेरा शुक्र प्रभु, तेरा धन्यवाद प्रभु, तेरा धन्यवाद प्रभु, तेरा धन्यवाद। गाते हैं